स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇੱਕ ਆਮ ਧਾਰਨਾ ਬਣੀ ਹੋਈ ਹੈ ਕਿ ਇਨਸਾਫ ਦੀ ਉਡੀਕ ਦੇ ਵਿੱਚ ਅਦਾਲਤਾਂ ਦੇ ਚੱਕਰ ਕੱਟ ਕੇ ਇਨਸਾਨ ਬਿਰਖ ਹੋ ਜਾਂਦਾ, ਪਰ ਇਨਸਾਫ ਦੀ ਉਮੀਦ ਨਹੀਂ ਛੱਡਦਾ। ਇਨਸਾਫ ਦੀ ਉਮੀਦ ਛੱਡਣੀ ਵੀ ਨਹੀਂ ਚਾਹੀਦੀ। 23 ਸਾਲਾਂ ਬਾਅਦ ਇੱਕ ਅਜਿਹਾ ਕੇਸ ਖੁੱਲਿਆ ਜਿਸ ਨੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਜੀ ਹਾਂ, ਕਾਤੀਆ केस है। थोड़ा जिहा दर्शकों को ये दस दिए कि आखिरकार ये कातिया है कौन सी। बहुत सारे लोगों को शायद पता भी नहीं होएगा कि ये मामला की सीगा। दरअसल एक फ्रांसीसी महिला का मामला जिसका नाम कातिया डारलैंड सी। 31 अगस्त 1994 ਨੂੰ ਉਹ ਇੱਕ ਚੰਡੀਗੜ੍ਹ ਦੇ ਮਸ਼ਹੂਰ ਹੋਟਲ ਦੇ ਵਿੱਚ ਕਾਫੀ ਪੀਂਦੀ ਹੈ ਔਰ ਉੱਥੇ 7 ਵਿਅਕਤੀ ਆਉਂਦੇ ਨੇ ਜਿਹੜੇ ਉਸ ਦੇ ਨਾਲ ਛੇੜਛਾੜ ਕਰਦੇ ਨੇ। ਉੱਥੋਂ ਉਹ ਯੁਵਤੀ ਚਲੀ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਪਿੱਛਾ ਕੀਤਾ ਜਾਂਦਾ, ਉਸਨੂੰ ਉਸ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ, ਉਸਨੂੰ ਅਗਵਾ ਕੀਤਾ ਜਾਂਦਾ। ਅਗਲੇ ਦਿਨ ਉਸਨੂੰ ਛੱਡਿਆ ਜਾਂਦਾ। ਮਾਮਲਾ ਪੁਲਿਸ ਤੱਕ ਪਹੁੰਚਦਾ, ਅਦਾਲਤ ਤੱਕ ਜਾਂਦਾ। ਅਦਾਲਤ ਹੇਠਲੀ ਅਦਾਲਤ ਇਹ ਕਹਿੰਦੀ ਹੈ ਕਿ ਸਬੂਤਾਂ ਦੀ ਘਾਟ ਤੇ ਸਾਰਿਆਂ ਨੂੰ ਬਰੀ ਕਰ ਦਿੱਤਾ ਜਾਂਦਾ ਔਰ ਹੈਰਾਨਗੀ ਇਹ ਹੈ ਕਿ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਂਦਾ, ਉੱਚ ਅਦਾਲਤ ਤੱਕ ਲੈ ਕੇ ਵੀ ਨਹੀਂ ਜਾਇਆ ਜਾਂਦਾ। ਹੁਣ ਇਹ ਮਾਮਲਾ ਇੱਕ ਵਾਰ ਫਿਰ ਤੋਂ ਖੁੱਲਿਆ। 23 ਸਾਲਾਂ ਬਾਅਦ ਦਸਤਕ ਦਿੱਤੀ ਹੈ ਕਿਸੇ ਨੇ ਕਿ ਇਸ ਮਾਮਲੇ ਨੂੰ ਖੋਲ੍ਹਿਆ ਜਾਵੇ ਤੇ ਉਸ औरत ਨੂੰ इंसाफ दिवाया जाए जिसने 23 साल संताप ਦੇ ਹੰਡਾਏ ਨੇ। ਔਰ ਵੱਡੀ ਗੱਲ ਇਹ ਹੈ कि इस मामले ਦੇ ਵਿੱਚ ਇਹ ਵੀ ਕਿਹਾ ਜਾਂਦਾ ਸੀ कि बहुत ਵੱਡਾ ਰਾਜਨੀਤਿਕ ਦਬਾਅ ਸੀ ਜਿਸ ਕਰਕੇ ਇਹ ਕੇਸ ਆਪਣੇ ਅੰਜਾਮ ਤੱਕ ਨਹੀਂ ਪਹੁੰਚ ਪਾਇਆ। ਗੁਰਕੀਰਤ ਸਿੰਘ ਕੋਟਲੀ ਹੋਰਾਂ ਦਾ ਨਾਮ ਇਸ ਪੂਰੇ ਮਾਮਲੇ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਆਇਆ ਔਰ ਸ਼ਾਇਦ ਹੁਣ ਉਹਨਾਂ ਦੀਆਂ ਮੁਸ਼ਕਲਾਂ ਥੋੜੀਆਂ ਵੱਧ ਵੀ ਸਕਦੀਆਂ ਨੇ। ਇਸੇ ਤੇ ਵਿਚਾਰ ਚਰਚਾ ਕਰਾਂਗੇ ਕਿ ਕੀ ਦੇਸ਼ ਦੇ ਵਿੱਚ ਕਾਨੂੰਨ ਦੋ ਤਰ੍ਹਾਂ ਦੇ ਨੇ। ਆਮ ਲੋਕਾਂ ਦੇ ਲਈ ਕਾਨੂੰਨ ਹੋਰ ਹੈ, ਜਿਹੜੇ ਹਾਈ ਪ੍ਰੋਫਾਈਲ ਨੇ, ਜਿਹੜੇ VIP ਨੇ, ਉਹਨਾਂ ਲਈ ਕਾਨੂੰਨ ਹੋਰ ਹੈ ਔਰ ਕਿਉਂ 23 ਸਾਲਾਂ ਦਾ ਇੰਤਜ਼ਾਰ ਕਰਨਾ ਪਿਆ ਇੱਕ ਇਨਸਾਫ ਦੇ ਲਈ। ਇਸੇ ਤੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮਹਿਮਾਨਾਂ ਨਾਲ ਜਾਣ ਪਛਾਣ ਕਰਾ ਦਈਏ, ਆਪਾਂ ਫਿਰ ਅੱਗੇ ਵਧਦੇ ਹਾਂ। ਡਾਕਟਰ ਤਾਰਾ ਸਿੰਘ ਸੰਧੂ ਸਾਹਿਬ ਮੌਜੂਦ ਨੇ, ਬੁਲਾਰ ਨੇ ਪੰਜਾਬ ਕਾਂਗਰਸ ਦੇ। ਪਵਨ ਟੀਨੂ ਸਾਹਿਬ ਮੌਜੂਦ ਨੇ, ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ। ਬੂਟਾ ਸਿੰਘ ਬਿਰਾਗੀ ਸਾਹਿਬ ਨੇ, ਬੁਲਾਰ ਨੇ ਆਮ ਆਦਮੀ ਪਾਰਟੀ ਦੇ। ਸਾਧੂ ਸਿੰਘ ਬਰਾੜ ਸਾਹਿਬ ਨੇ, ਸੀਨੀਅਰ ਪੱਤਰਕਾਰ ਨੇ ਔਰ ਅਮਰਦੀਪ ਸਿੰਘ ਧਾਰਨੀ ਸਾਹਿਬ ਨੇ, ਸੀਨੀਅਰ ਵਕੀਲ ਨੇ। ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਤਾਰਾ ਸਿੰਘ ਜੀ, ਮੈਂ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ ਕਿ 23 ਸਾਲਾਂ ਬਾਅਦ ਜਿਹੜਾ ਇਹ ਕੇਸ ਖੁੱਲਿਆ ਇਹ ਕਾਂਗਰਸ ਦੀਆਂ ਮੁਸ਼ਕਲਾਂ, ਖਾਸ ਤੌਰ ਤੇ ਗੁਰਕੀਰਤ ਸਿੰਘ ਕੋਟਲੀ ਦੀਆਂ ਮੁਸ਼ਕਲਾਂ ਵਧਾਏਗਾ? देखो ਇਹਦੇ ਚ ਮੈਂ ਸਮਝਦਾ ਕਿ ਵੇਲੇ ਦੀ ਨਮਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ, ਇਹ 1994 ਚ ਕੇਸ ਹੋਇਆ। ਠੀਕ ਹੈ, ਉਹਨਾਂ ਦੀ ਸ਼ਨਾਖਤੀ ਪਰੇਡ ਵੀ ਕਰਾ ਦਿੱਤੀ ਗਈ। ਇੱਕ ਜਿਹੜਾ ਉਹਦਾ ਦੋਸਤ ਹੈ ਉਹਨੇ ਗਵਾਹੀ ਵੀ ਦਿੱਤੀ। 70,000 ਰੁਪਇਆ ਫਰਾਂਸ ਦੀ ਐਮਬੈਸੀ ਕੋਲ ਜਮ੍ਹਾਂ ਵੀ ਕਰਾ ਦਿੱਤਾ ਗਿਆ ਕਿ ਉਹਦਾ ਜਿਹੜਾ ਖਰਚ ਹੈ ਕੀਤਗਿਆ ਦਾ ਪੈਰਿਸ ਤੋਂ ਆਉਣ ਦਾ ਜਿਹੜਾ ਉਹ ਦਿੱਤਾ ਜਾਵੇ। ਠੀਕ ਹੈ, ਇਹਦੇ ਬਾਵਜੂਦ ਇਹ ਕੇਸ ਚੱਲਿਆ 99 ਤੱਕ। 99 ਚ ਸਰਕਾਰ ਜਿਹੜੀ ਹੈ ਉਹ ਸੀਗੀ ਬਾਦਲ ਸਰਕਾਰ। ਠੀਕ ਹੈ, ਔਰ ਇਹ ਸਟੇਟ ਵਰਸਸ ਕੇਸ ਸੀ। ਪਹਿਲੀ ਗੱਲ ਤਾਂ ਇਹ ਘਟਨਾ ਮੰਦਭਾਗੀ ਸੀ, ਅਫਸੋਸਨਾਕ ਸੀ ਔਰ ਬੜੀ ਬੇਇੱਜ਼ਤੀ ਵਾਲੀ ਘਟਨਾ ਸੀ। ਨੰਬਰ 2 ਤੇ ਜਦੋਂ 1999 ਚ ਹਰਪ੍ਰੀਤ ਜੀ ਜਿਹੜਾ ਬਾਦਲ ਸਰਕਾਰ ਸੀ, ਇਹ ਉਹਨਾਂ ਨੇ ਉੱਚ ਅਦਾਲਤ ਚ ਲਿਜਾਣਾ ਸੀਗਾ। ਠੀਕ ਹੈ, ਔਰ ਉਹ ਲੈ ਕੇ ਨਹੀਂ ਗਏ। ਅੱਜ ਅਚਾਨਕ ਇਹਨੂੰ ਇਸ ਘਟਨਾ ਨੂੰ 23 ਸਾਲਾਂ ਬਾਅਦ ਚੱਕ ਲਿਆ ਜਾਵੇ, ਜਦੋਂ ਕਿ ਉਹ ਪਰਿਵਾਰ ਵੀ ਅਫਸੋਸ ਕਰ ਚੁੱਕਾ ਹੈ। ਵਿਧਾਨ ਸਭਾ ਦੀ ਫਲੋਰ ਤੇ ਵੀ ਉਦੋਂ ਬਹੁਤ ਵੱਡਾ ਰੌਲਾ ਪਿਆ। ਸਿਰਫ ਅਫਸੋਸ ਨਾਲ ਗੱਲ ਖਤਮ ਹੋ ਜਾਂਦੀ ਹੈ? ਨਹੀਂ, ਖਤਮ ਨਹੀਂ ਹੁੰਦੀ। ਤੁਸੀਂ ਕਹਿ ਰਹੇ ਹੋ ਪਰਿਵਾਰ ਵੀ ਅਫਸੋਸ ਕਰ ਚੁੱਕਾ ਹੈ, ਇਹਦਾ ਮਤਲਬ ਇਨਸਾਫ ਦੀ ਉਮੀਦ ਛੱਡ ਦੇ ਪਰਿਵਾਰ? ਨਹੀਂ ਜੀ, ਉਮੀਦ ਨਹੀਂ ਛੱਡਣੀ ਚਾਹੀਦੀ। ਪਰ ਜਦੋਂ ਕੇਸ ਲੜਿਆ ਹੀ ਨਹੀਂ ਗਿਆ, ਲੜਨਾ ਕਿਹਨੇ ਸੀ? ਸਟੇਟ ਵਰਸਸ ਕੇਸ ਗਵਰਨਮੈਂਟ ਲੜਦੀ ਹੈ। 31 ਅਗਸਤ 1995 ਨੂੰ ਸਰਦਾਰ ਬੇਅੰਤ ਸਿੰਘ ਹੋਰਾਂ ਦੀ ਮੌਤ ਹੋ ਜਾਂਦੀ ਹੈ। ਸਰਦਾਰ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣ ਜਾਂਦੇ ਆ। ਫਿਰ ਬੀਬੀ ਭੱਠਲ ਬਣਦੀ, ਫਿਰ ਮੁੜ ਕੇ ਦੂਜੀ ਸਰਕਾਰ ਬਣਦੀ ਹੈ। ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਜੇ ਥੱਲੇ ਸਬੂਤਾਂ ਦੀ ਘਾਟ ਰਹਿ ਗਈ ਹੈ, ਕਿਤੇ ਕੋਈ ਕਸਰ ਰਹਿ ਗਈ ਹੈ, ਤਾਂ ਉਹਨੂੰ ਲਿਜਾਂਦੇ ਅੱਗੇ। 94 ਤੋਂ 99 ਤੱਕ ਦਾ ਜਿਹੜਾ ਟਨਿਓਰ ਸੀਗਾ ਉਹਦੇ ਵਿੱਚ ਕਹਿੰਦੇ ਕਿ ਸਿਆਸੀ ਦਬਾਅ ਬਹੁਤ ਸੀਗਾ ਜਿਸ ਕਰਕੇ ਕੇਸ ਅੰਜਾਮ ਤੱਕ ਨਹੀਂ ਪੁੱਜਿਆ। ਹੁਣ CBI ਦਾ ਕੇਸ ਆਪਣੇ ਸਿਰਸੇ ਵਾਲੇ ਦੇਖਿਆ ਹੀ ਆ। ਦਬਾਅ ਇਸ ਤਰ੍ਹਾਂ ਕਿਵੇਂ ਮੰਨਿਆ ਜਾ ਸਕਦਾ? ਪਰ CBI ਦਾ ਕੇਸ ਅਲੱਗ ਗੱਲ ਹੈ। ਇਹ ਕੇਸ ਜਿਹੜਾ ਬਹੁਤ ਸਾਰੇ ਜਿਸ ਕੇਸ ਨੂੰ ਪੁਲਿਸ ਹੈਂਡਲ ਕਰ ਰਹੀ ਹੋਵੇ, ਜਿਸ ਕੇਸ ਨੂੰ CBI ਕਰ ਰਹੀ ਹੋਵੇ, ਦੋਵਾਂ ਦੇ ਵਿੱਚ ਬੜਾ ਫਰਕ ਹੈ। ਅਕਾਲੀਆਂ ਦੇ ਰਾਜ ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਥੇਦਾਰ ਤੋਤਾ ਸਿੰਘ ਦਾ ਕੇਸ CBI ਨੂੰ ਰੈਫਰ ਕੀਤਾ। ਨਹੀਂ, ਉਹਦੇ ਤੇ ਕੋਈ ਦਬਾਅ ਨਹੀਂ ਸੀ। ਅੱਛਾ, ਮੈਂ ਸਿਰਫ ਇੱਕ ਸਿੰਪਲ ਭਾਸ਼ਾ 'ਚ ਇਹ ਜਾਣਨਾ ਚਾਹੁੰਦਾ, ਇਹਦੇ ਇਸ ਕੇਸ ਦੇ ਵਿੱਚ ਜਿਹੜਾ ਸਿੱਧੇ ਐਲੀਗੇਸ਼ਨ ਤੁਹਾਡੀ ਸਰਕਾਰ ਤੇ ਲੱਗਦੇ ਨੇ, ਉਸ ਵੇਲੇ ਦੀ ਸਰਕਾਰ ਦੇ, ਕਿ ਸਿਆਸੀ ਦਬਾਅ ਸੀਗਾ ਜਿਸ ਕਰਕੇ ਕੇਸ ਅੰਜਾਮ ਤੱਕ ਨਹੀਂ ਪਹੁੰਚਿਆ। ਮੈਂ ਤਾਂ ਕਹਿੰਦਾ ਕਿ ਉਹਦਾ ਫੈਸਲਾ ਤਾਂ 99 ਚ ਆਉਂਦਾ ਨਾ। ਫੈਸਲਾ ਤਾਂ 99 ਚ ਆਉਂਦਾ, ਉਦੋਂ ਸਰਕਾਰ ਕੇ ਬਾਦਲ ਸਾਹਿਬ ਦੀ
ਉਹ ਕਰਦੇ। ਠੀਕ ਹੈ, ਤੁਹਾਡੀ ਗੱਲ ਮੈਂ ਠੀਕ ਹੈ, ਐਗਰੀ ਹਾਂ। ਇਹੀ ਜਿਹੜਾ ਹੁਣ 23 ਸਾਲਾਂ ਬਾਅਦ ਜਦੋਂ ਕੋਈ ਹੋਰ ਮੁੱਦਾ ਨਹੀਂ, ਜਦੋਂ ਗੱਲ ਸਬੂਤਾਂ ਦੀ ਘਾਟ ਦੀ ਆ ਗਈ ਸੀ, ਉਹ ਸਬੂਤ ਪੇਸ਼ ਨਹੀਂ ਹੋਣ ਦਿੱਤੇ ਗਏ, ਇਸ ਕਰਕੇ ਸਬੂਤਾਂ ਦੀ ਘਾਟ ਹੋਈ। ਹੁਣ ਵੀ ਤਾਂ ਕੋਈ ਨਵਾਂ ਸਬੂਤ ਨਹੀਂ ਆਇਆ। ਹਾਂਜੀ ਟੀਨੂ ਸਾਹਿਬ, ਸਿਰਫ ਸਿਆਸੀ ਤੁਹਾਡੇ ਕੋਲ ਕੋਈ ਇਸ਼ੂ ਨਹੀਂ ਹੈ, ਕੋਈ ਮੁੱਦਾ ਨਹੀਂ ਹੈ, 23 ਸਾਲਾਂ ਬਾਅਦ ਤੁਸੀਂ ਹੋਰ ਮੁੱਦਾ ਲੈ ਕੇ ਆ ਗਏ ਹੋ ਔਰ ਜਿਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਪਹਿਲਾਂ ਤਾਂ ਹਰਪ੍ਰੀਤ ਜੀ, ਇਹ ਬਹੁਤ ਹੀ ਸੈਂਸਿਟਿਵ, ਬੜਾ ਸੰਵੇਦਨਸ਼ੀਲ ਔਰ ਦੇਸ਼ ਵਿੱਚ, ਪੰਜਾਬ ਵਿੱਚ ਔਰਤਾਂ ਦੇ ਮਾਨ ਸਨਮਾਨ ਨਾਲ, ਔਰਤ ਜਾਤੀ ਦੇ ਮਾਨ ਸਨਮਾਨ ਨਾਲ ਜੁੜਿਆ ਮੁੱਦਾ। ਮੈਂ ਇਹਨੂੰ ਰਾਜਨੀਤਿਕ ਮੁੱਦੇ ਵਜੋਂ ਨਹੀਂ ਵੇਖਦਾ। ਜਿਵੇਂ ਸਰਦਾਰ ਤਾਰਾ ਸਿੰਘ ਜੀ ਨੇ ਕਿਹਾ ਆ, ਇਹ ਜੀ ਹੁਣ ਸਿਆਸੀ ਤੌਰ ਤੇ ਮੁੱਦਾ ਕੋਈ ਨਹੀਂ, ਮੁੱਦੇ ਤਾਂ ਇੰਨੇ ਆ 6 ਮਹੀਨਿਆਂ 'ਚ ਕਿ ਗੱਲਾਂ ਕਰ ਲਈਏ ਤੇ ਮੁੱਕਦੇ ਨਹੀਂ। ਲੇਕਿਨ ਇਹ ਮੁੱਦਾ ਖਾਸ ਕਰਕੇ ਸਿਆਸੀ ਨਹੀਂ ਹੈ, ਇਹ ਦੇਸ਼ ਦੀ ਆਣ ਬਾਣ ਸ਼ਾਨ ਤੇ ਇੱਕ ਧੱਬਾ ਲੱਗਾ ਆ। 31 ਅਗਸਤ 1994 'ਚ ਘਟਨਾ ਘਟੀ ਹੈ ਔਰ ਠੀਕ 23 ਸਾਲ ਬਾਅਦ ਨਹੀਂ, ਤੁਹਾਨੂੰ ਇਹ ਸਮਝਣ ਦੇ ਵਿੱਚ, ਇਹ ਸਮਝਣ 'ਚ 23 ਸਾਲ ਲੱਗ ਗਏ ਕਿ ਇਹ ਦੇਸ਼ ਤੇ ਇੱਕ ਧੱਬਾ ਹੈ, ਪੰਜਾਬ ਤੇ ਇੱਕ ਧੱਬਾ ਹੈ। 23 ਸਾਲਾਂ ਤੁਹਾਨੂੰ ਯਾਦ ਨਹੀਂ ਆਈ ਇਸ ਕੇਸ? ਅਸੀਂ ਤਾਂ ਬਹੁਤ ਦੇਰ ਦੇ ਸਮਝਦੇ ਹਾਂ। ਗੱਲ ਇਹ ਆ ਬਈ ਇਹ ਮੁੱਦਾ ਅਸੀਂ ਨਹੀਂ ਖੋਲਿਆ ਮਾਮਲਾ, ਕੋਈ ਸਾਨੂੰ ਯਾਦ ਨਹੀਂ ਆਈ। ਇਹ ਮਾਮਲਾ ਜਿਹੜੀ ਕੁੜੀ ਦੇ ਨਾਲ ਘਟਨਾ ਘਟੀ ਆ, ਉਹਨੇ 23 ਸਾਲ ਬਾਅਦ ਜਦੋਂ ਕੋਈ ਹੋਰ ਕੇਸ ਭਾਰਤ ਵਿੱਚ ਹੁੰਦਾ ਵੇਖਿਆ, ਉਹਨੇ ਆਪ ਦੇ ਸੈਂਟੀਮੈਂਟਸ ਦੇ ਨਾਲ, ਆਪ ਦੇ ਦਿਲ ਦੇ ਨਾਲ ਚਿੱਠੀ ਲਿਖੀ ਆ ਸਾਡੇ ਦੇਸ਼ ਵਾਸੀਆਂ ਨੂੰ, ਓਪਨ ਲੈਟਰ ਲਿਖੀ ਆ ਦੇਸ਼ ਦੇ ਕਾਨੂੰਨ ਲਈ, ਜੁਡੀਸ਼ਰੀ ਲਈ, ਰਾਜਨੀਤਿਕ ਨੇਤਾਵਾਂ ਲਈ, ਦੇਸ਼ ਦੇ ਅਫਸਰਾਂ ਲਈ, ਸਭ ਲਈ। ਇਹ ਬੜੀ ਸੋਚਣ ਵਾਲੀ ਗੱਲ ਆ ਜਿਹੜੀ ਉਹਨੇ ਚਿੱਠੀ ਲਿਖੀ ਆ। ਦੇਸ਼ ਦੇ ਅੰਦਰ ਲੜਕੀਆਂ, ਔਰਤਾਂ ਦੀ ਜੋ ਹਾਲਤ ਹੈ ਅੱਜ, ਜੋ ਪਾਵਰ ਵਾਲੇ ਲੋਕ, ਮੈਂ ਸਿੱਧੀਆਂ ਗੱਲਾਂ ਕਰਦਾ, ਮੈਂ ਸਿੱਧੀ ਗੱਲ ਤੇ ਆਈ ਔਰ ਇਹ ਕੇਸ ਚਾਹੇ ਜਿੰਨਾ ਮਰਜ਼ੀ ਪੁਰਾਣਾ ਹੋ ਜਾਏ, ਇਸ ਵਿੱਚ ਕਾਂਗਰਸ ਦਾ ਇੱਕ ਵਿਧਾਇਕ ਦਾ ਨਾਮ ਨਾ ਆਉਂਦਾ ਤਾਂ ਕੀ ਤੁਸੀਂ ਇਸ ਗੱਲ ਨੂੰ ਚੁੱਕਦੇ? ਦੇਖੋ, ਅਸੀਂ ਤਾਂ ਜਿਹੜੀ ਚੀਜ਼ ਸਾਡੇ ਨੋਟਿਸ 'ਚ ਆਉਂਦੀ ਆ ਜਾਂ ਕਿਸੇ ਦੇ ਵੀ ਨੋਟਿਸ 'ਚ ਆਉਂਦੀ, ਉਹਨੂੰ ਉਹ ਚੁੱਕਣੀ ਚਾਹੀਦੀ ਜਿੱਥੇ ਬੇਇਨਸਾਫੀ ਹੁੰਦੀ ਹੈ। ਮਾਮਲਾ 1994 ਦਾ ਹੈ। 1994 ਤੋਂ ਲੈ ਕੇ 1997 ਮਾਰਚ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ। ਇਹਨਾਂ ਨੇ ਕਿਹਾ ਵੀ ਦੇਖੋ 1994 ਜਦੋਂ ਮਾਮਲਾ ਹੁੰਦਾ, ਦੇਖੋ ਇਹਨਾਂ ਨੇ ਧਾਰਾ ਕਿਹੜੀ ਲਾਈ ਔਰ ਕਿਹੜਾ ਅਫਸਰ ਇਹਨੂੰ ਡੀਲ ਕਰ ਰਿਹਾ ਸੀ। ਜਿਹਨੂੰ ਅਫਸਰ ਨੂੰ ਅਜੀਤ ਸਿੰਘ ਸੰਧੂ ਹੁੰਦਾ ਸੀ ਇੱਕ, ਜਿਹਨੇ ਸ਼ਾਇਦ ਇੰਨੇ ਮੁੰਡੇ ਦੇਸ਼ ਪੰਜਾਬ ਦੇ ਮਾਰੇ ਔਰ ਬਾਅਦ ਸੁਸਾਈਡ ਕਰਨੀ ਪਈ, ਉਹਨੂੰ ਖਾਸ ਤੌਰ ਤੇ ਬੁਲਾ ਕੇ ਉਸ ਵੇਲੇ ਦੇ ਮੁੱਖ ਮੰਤਰੀ ਜੀ ਨੇ ਇਹ ਕੇਸ ਸੌਂਪਿਆ ਕਿਉਂਕਿ ਉਹਨਾਂ ਦੇ ਪੋਤੇ ਦਾ ਕੇਸ ਸੀ। ਔਰ ਧਾਰਾ ਕਿਹੜੀ ਲਾਈ? ਸਿਰਫ 366 ਕਿਡਨੈਪਿੰਗ ਦੀ। ਉਸ ਕਾਤੀਆਂ ਨੇ 166 ਦੇ ਬਿਆਨ ਵੀ, 164 ਦੇ ਬਿਆਨ ਵੀ ਦਿੱਤੇ ਸੀ, ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਔਰ ਕੁੜੀ ਨੇ ਆਪ ਆਪਣੀ ਚਿੱਠੀ 'ਚ ਲਿਖਿਆ, ਮੈਂ ਨਹੀਂ ਕਹਿ ਰਿਹਾ, ਉਹਨੇ ਕਿਹਾ ਮੈਨੂੰ ਮੇਰੇ ਬॉयਫ੍ਰੈਂਡ ਨੂੰ ਡਰਾਇਆ ਗਿਆ, ਲਲਚ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਗਈ, ਇਸ ਕਰਕੇ ਇਹ ਜਿਹੜੀ ਅੱਜ ਵੀ ਮੇਰੀ ਚੀਜ਼ ਆ, ਜਿਹੜਾ ਦਰਦ ਆ, ਉਹ ਕਹਿੰਦੀ ਅੱਜ ਵੀ ਮੇਰਾ ਦਰਦ ਬਰਕਰਾਰ ਆ। ਮੈਂ ਆਵਾਂ ਤੁਹਾਡੇ ਕੋਲ। ਬੂਟਾ ਸਿੰਘ ਜੀ, ਮੈਂ ਤੁਹਾਡੇ ਜਾਣਨਾ ਚਾਹਨਾ, ਇੱਕ ਆਮ ਆਦਮੀ ਪਾਰਟੀ ਇੱਕ ਵਿਰੋਧੀ ਧਿਰ ਹੈ, ਇਸ ਮਾਮਲੇ ਤੇ ਤੁਹਾਡੀ ਚੁੱਪੀ ਰਹੀ ਹੈ, ਤੁਹਾਡੀ ਪਾਰਟੀ ਦੀ ਵੀ ਚੁੱਪੀ ਰਹੀ ਹੈ। ਹੁਣ ਇਹ ਮਾਮਲਾ ਦੁਬਾਰਾ ਖੁੱਲਣ ਜਾ ਰਿਹਾ, ਹੁਣ ਤੁਹਾਡੀ ਕੀ ਪ੍ਰਤੀਕਿਰਿਆ? ਜਿੱਥੋਂ ਤੱਕ ਸਾਡੀ ਚੁੱਪੀ ਦੀ ਗੱਲ ਆ ਜੀ, ਸਾਨੂੰ ਐਗਜ਼ਿਸਟੈਂਸ 'ਚ ਆਇਆ ਨੂੰ ਹੀ ਬਹੁਤ ਥੋੜੇ ਸਾਲ ਹੋਏ ਆ, ਤੇ ਮਾਮਲਾ ਹਜੇ ਤੱਕ ਕਿ ਰਫਾ ਦਫਾ ਐਸਏਡੀ ਤੇ ਕਾਂਗਰਸ ਦੀ ਮਿਲ ਭੁਗਤ ਨਾਲ ਰਿਹਾ ਜੀ। ਉਦੋਂ ਦੇਖਿਆ ਜਾਵੇ ਹੋਮ ਮਿਨਿਸਟਰੀ ਕਿਹਦੇ ਕੋਲੇ ਸੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ 1999 ਦੇ ਵਿੱਚ ਹੋਮ ਮਿਨਿਸਟਰ ਸੀਗੇ, ਜਿਨ੍ਹਾਂ ਨੇ ਰਲਿਆ ਮਿਲਿਆ ਨੇ ਇਹ ਕਲੀਨ ਚਿੱਟ ਦਿੱਤੀ ਤੇ ਕੇਸ ਅੱਗੇ ਹੀ ਨਹੀਂ ਤੁਰਨ ਦਿੱਤਾ। ਨਹੀਂ, ਇਹ ਗਲਤ ਹੈ, ਤੁਹਾਡੀ ਜਾਣਕਾਰੀ। ਇਹ ਫੈਕਟ ਆ ਜੀ, ਇਹਨੂੰ ਜੀ ਸੁਣ ਦੋ। 1999 ਵਿੱਚ ਉਹ ਸਟੇਟਮੈਂਟ ਰਿਕਾਰਡ ਨਹੀਂ ਕਰਾਉਣ ਆਏ ਤਾਂ ਕੇਸ ਉੱਥੇ ਲੋਅਰ ਕੋਰਟ ਨੇ ਜਿਹੜਾ ਸੀਗਾ ਬਰੀ ਕਰਤਾ, ਸਬੂਤਾਂ ਦੀ ਘਾਟ ਕਰਕੇ। ਜਿੱਥੇ 164 ਦੇ ਬਿਆਨ ਹੋਏ, ਹੁਣ ਸਟੇਟ ਨੇ ਜ਼ਰੂਰੀ ਨਹੀਂ ਸਮਝਿਆ ਵੀ ਅਸੀਂ ਸੈਸ਼ਨ ਕੋਰਟ ਦੇ ਵਿੱਚ ਉਹਦੀ ਅਪੀਲ ਪਾਈਏ, ਤੇ ਇਹ ਕਲੀਅਰ ਜਿਹੜਾ ਸੀਗਾ ਇਹਨਾਂ ਦੀ ਮਿਲਭੁਗਤ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਕੇਸ ਨੂੰ ਦਬਾਉਣ ਦੇ ਵਿੱਚ ਉਦੋਂ ਹੀ ਨਹੀਂ, ਹਜੇ ਤੱਕ ਇਹਨਾਂ ਦੀ ਵੈਲ ਨੌਲੇਜ ਦੇ ਵਿੱਚ ਸੀਗਾ ਇਹ ਸਾਰਾ ਕੁਝ, ਜ਼ੋਰ ਲਾਇਆ, ਇਹਨਾਂ ਦੀਆਂ ਮਿਲੀਆਂ ਭੁਗਤੀਆਂ ਸਾਰਾ ਕੁਝ ਚੱਲਦਾ ਸੀਗਾ। ਤੇ ਹੁਣ ਤੁਸੀਂ ਦੇਖਦੇ ਹੋ ਵੀ ਇਹਨਾਂ ਦੀ ਬਦੌਲਤ 2015 ਦਾ ਮੇਰੇ ਕੋਲੇ ਡਾਟਾ ਮੋਰ ਦੈਨ 3,25,000 ਕੇਸ ਜਿਹੜੇ ਹੈਗੇ ਆ ਕ੍ਰਾਈਮ ਦੇ ਵੂਮਨਸ ਦੇ ਅਗੇਂਸਟ ਕਮਿਟਡ ਹੋਏ ਆ, ਤੇ ਇਹ ਸਿਰਫ ਤੇ ਸਿਰਫ ਮਿਲੀ ਭੁਗਤ। ਹਾਂਜੀ, ਦੇਖੋ, ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਕਿ 1994 'ਚ ਮਾਮਲਾ ਦਰਜ ਹੋਇਆ, ਉਦੋਂ ਕਾਂਗਰਸ ਦੀ ਗਵਰਨਮੈਂਟ ਸੀ, ਮਾਮਲੇ ਨੂੰ ਬੜੇ ਕਮਜ਼ੋਰ ਕਰਕੇ ਦਰਜ ਕੀਤਾ ਗਿਆ
ਔਰ ਉਸ ਵੇਲੇ ਉਹਨੂੰ ਮਾਮਲਾ ਲੋਅਰ ਕੇਸ ਦੇ ਵਿੱਚ ਰਿਜੈਕਟ ਹੋ ਗਿਆ, ਫਿਰ ਉੱਪਰ ਲੈ ਜਾਣਾ ਕਿਹਦੀ ਜ਼ਿੰਮੇਵਾਰੀ ਸੀ? ਨਹੀਂ, ਹੁਣ ਜਦ ਇਹਨਾਂ ਨੇ ਕੁੜੀ ਜਿਹੜੀ ਮੇਨ ਜਿਹੜੀ ਜਿਹਦੇ ਨਾਲ ਹੋਇਆ ਸੀ ਧੱਕਾ, ਉਹਨੂੰ ਭਜਾਤਾ ਡਰਾ ਕੇ, ਉਹਨੂੰ ਇੱਥੇ ਵੜਨ ਨਹੀਂ ਦਿੱਤਾ ਗਿਆ। ਅੱਛਾ, ਉਹ ਸ਼ਰੇਆਮ ਉਹ ਜਦੋਂ ਉੱਥੇ ਪਰੇਡ ਕੀਤੀ ਆ, ਜਦੋਂ ਆਇਡੈਂਟੀਫਿਕੇਸ਼ਨ ਕਰਾਈ ਗਈ, ਪਹਿਚਾਣ ਦੀ ਪਰੇਡ ਕਰਾਈ, ਉਹਨੇ ਪਹਿਚਾਣਿਆ ਸਾਫ਼, ਹੁਣ ਅੱਜ ਵੀ ਲਿਖਦੀ ਆ। ਔਰ ਇਹ ਮਾਮਲਾ ਤਾਂ ਸਾਹਮਣੇ ਆਇਆ ਕਿਉਂਕਿ ਉਹਨੇ ਚਿੱਠੀ ਲਿਖੀ ਹੈ 23 ਸਾਲ ਬਾਅਦ, ਤੇ ਗੁਰਜੀਤ ਕੌਰ ਜਿਹੜੀ ਕਾਉਂਸਲਰ ਹੈ ਬਾਠ ਦਿੱਲੀ ਦੀ, ਉਹ ਨੈਸ਼ਨਲ ਵੂਮਨ ਕਮਿਸ਼ਨ ਕੋ ਲੈ ਕੇ ਗਈ ਹੈ। ਅੱਛਾ, ਹਾਲੇ ਵੀ ਮੈਂ ਤੁਹਾਨੂੰ ਦੱਸਦਾ, ਚਲੋ ਹੁਣ ਵੀ ਕਾਂਗਰਸ ਦੀ ਗਵਰਨਮੈਂਟ ਹੈ, ਜੇ ਆਪਾਂ ਇਨਸਾਫ ਦੀ ਗੱਲ ਕਰਦੇ ਹਾਂ, ਜੇ ਔਰਤਾਂ ਦੇ ਇੱਜ਼ਤ ਮਾਨ ਸਨਮਾਨ ਦੀ ਗੱਲ ਕਰਦੇ ਹਾਂ, ਲੜਕੀਆਂ ਦੀ ਰਾਖੀ ਦੀ ਗੱਲ, ਸੁਰੱਖਿਆ ਦੀ ਗੱਲ ਕਰਦੇ ਹਾਂ, ਤੇ ਅੱਜ ਜੁਡੀਸ਼ਰੀ ਨੋਟਿਸ ਲੈ ਲਵੇ। ਇੱਕ ਚਿੱਠੀ ਦਾ ਹੀ ਮਾਮਲਾ ਆ, ਚਲੋ ਆਪਾਂ ਵਾਪਸ ਬਾਬੇ ਸਿਰਸੇ ਵਾਲੇ ਨੂੰ ਚਿੱਠੀ ਤੇ ਉਹਨੂੰ ਸਜ਼ਾ ਹੋਈ। ਬਰਾੜ ਸਾਹਿਬ, ਮੈਨੂੰ ਪੱਕਾ ਯਕੀਨ ਹੈ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਹੋਣਾ, ਤੁਸੀਂ ਉਦੋਂ ਵੀ ਪੱਤਰਕਾਰੀ ਕਰਦੇ ਹੋਣੇ ਆ, ਔਰ ਮੈਨੂੰ ਥੋੜਾ ਜਿਹਾ ਇਹ ਦੱਸੋ ਕਿ ਇਹ ਮਾਮਲੇ ਦੀ ਹਕੀਕਤ ਕੀ ਸੀ, ਔਰ ਜਿਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਸਾਫ਼ ਦੱਸਿਆ ਜਾ ਰਿਹਾ ਵਾਰ-ਵਾਰ ਕਿ ਸਿਆਸੀ ਦਬਾਅ ਰਿਹਾ ਜਿਸ ਕਰਕੇ ਇਹ ਕੇਸ ਆਪਣੇ ਅੰਜਾਮ ਤੱਕ ਨਹੀਂ ਪਹੁੰਚਿਆ। ਉਹ ਸਿਆਸੀ ਦਬਾਅ ਕਿਸੇ ਵੀ ਪਾਰਟੀ ਦਾ ਹੋ ਸਕਦਾ। ਇਹ ਜੋ ਤੁਸੀਂ ਪਹਿਲਾਂ ਦੱਸਿਆ ਨਾ, ਇਹ ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਉਹਦਾ ਪਿੱਛਾ ਕੀਤਾ ਗਿਆ, ਉਹਨੂੰ ਰਾਤ ਭਰ ਗਾਇਬ ਰੱਖਿਆ ਗਿਆ, ਕਿਡਨੈਪ ਕੀਤਾ ਗਿਆ, ਅਗਲੇ ਦਿਨ ਉਹਨੂੰ ਛੱਡਿਆ ਗਿਆ। ਲੇਕਿਨ ਇਹ ਕੇਸ ਉਹਨੇ ਆਇਡੈਂਟੀਫਾਈ ਵੀ ਕੀਤਾ ਬੰਦੇ ਨੂੰ ਪਰੇਡ ਦੇ ਵਿੱਚ ਜੀ। ਲੇਕਿਨ ਸਵਾਲ ਉਦੋਂ ਇਹ ਵੀ ਜਿਹੜੀਆਂ ਵੀ ਪਾਰਟੀਆਂ, ਕੋਈ ਵੀ ਚਾਹੇ ਸਿਆਸੀ ਪਾਰਟੀਆਂ ਚਾਹੇ ਸੀਨੀਅਰ ਅਫਸਰਾਂ ਦੇ ਬੱਚੇ ਆ, ਇਹਨਾਂ ਦੇ ਸਿਰ ਨੂੰ ਪਾਵਰ ਬਹੁਤ ਛੇਤੀ ਚੜ੍ਹਦੀ ਆ, ਔਰ ਇੱਕ ਦੇ ਨਹੀਂ ਕਿਸੇ ਦੇ, ਸਾਰਿਆਂ ਦਾ ਹੀ ਹਾਲ ਹੈ। ਠੀਕ ਹੈ। ਇਹਦੇ ਨਾਲ ਬਹੁਤ ਕੁਝ ਹੁੰਦਾ ਰਿਹਾ। ਇਹਨਾਂ ਕੇਸਾਂ ਨਾਲ ਨਾ ਸਿਰਫ ਦੇਸ਼ ਦੀ ਬਦਨਾਮੀ ਹੁੰਦੀ ਹੈ, ਬਲਕਿ ਸਟੇਟ ਦੀ ਵੀ ਤੇ ਕੌਮ ਦੀ ਵੀ। ਜਦੋਂ ਇਹ ਕੇਸ ਬੰਦ ਹੋਇਆ ਸੀ, ਚਰਚਾ ਕੀ ਸੀ? ਔਰ ਚਰਚਾ ਬਹੁਤ ਹੋਈ ਮੀਡੀਆ 'ਚ ਉਸ ਵੇਲੇ, ਲੇਕਿਨ ਚਰਚਾ ਇਹ ਸੀ ਵੀ ਕੇਂਦਰ 'ਚ ਵੀ ਉਹ ਸਰਕਾਰ ਸੀ, ਇੱਥੇ ਵੀ ਉਹ ਸਰਕਾਰ ਸੀ। ਉਹਨਾਂ ਦਿਨਾਂ 'ਚ ਕਿਸੇ ਦੀ ਕੋਈ ਟੂ ਬੀ ਫਰੈਂਕ ਪੇਸ਼ ਨਹੀਂ ਚੱਲਦੀ ਸੀ। ਜਿੱਥੋਂ ਤੱਕ ਹੈਗਾ ਸਵਾਲ, ਜਿਹੜੀ ਲੜਕੀ ਨਾਲ ਇਹ ਕੁਝ ਹੋਇਆ ਹੋਵੇ ਜਿਸ ਥਾਂ ਤੇ, ਉਹਨੂੰ ਤੁਸੀਂ ਮੁੜ ਕੇ ਅਗਵਾਈ ਲਈ ਇੱਥੇ ਬੁਲਾਓ, ਉਹ ਕੋਈ ਵੀ ਲੜਕੀ ਮੁੜ ਕੇ ਹਿੰਮਤ ਨਹੀਂ ਕਰੇਗੀ, ਚਾਹੇ ਸਾਡੀ ਆਪਦੀ ਲੜਕੀ ਹੋਵੇ ਚਾਹੇ ਕਿਸੇ ਦੀ ਹੋਵੇ। ਇਹ ਬਹੁਤ ਹੀ ਸੈਂਸਿਟਿਵ ਇਸ਼ੂ ਹੈ। ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਇਹਦੀਆਂ ਕਿੰਨੀਆਂ ਪ੍ਰੋਬਲਮ ਹੈ। ਹੁਣ ਤੁਸੀਂ ਦੇਖ ਲਓ, ਆ ਪਿੱਛੇ ਜੱਸੀ ਦਾ ਕੇਸ ਹੋਇਆ, ਕੁੜੀ ਜਿਹੜੀ ਦਾ ਹੋਇਆ, ਉਸ ਮੁੰਡੇ ਨੇ ਜੋ ਸਟੈਂਡ ਲਿਆ, ਉਹਨੂੰ ਕਰੋੜਾਂ ਰੁਪਈਆ ਵੀ ਦਿੱਤਾ ਗਿਆ। ਪੰਜਾਬੀਆਂ ਦੀ ਬਾਹਰ ਇੰਨੀ ਬਦਨਾਮੀ ਹੈ ਕਿ ਇਹ ਸਿਰਫ ਉੱਥੇ ਪੱਕਾ ਹੋਣ ਲਈ ਇੱਥੇ ਕੁੜੀਆਂ ਨਾਲ ਵਿਆਹ ਕਰਾਉਂਦੇ, ਜੋ ਕੁਛ ਆ ਮੁੰਡੇ ਨੂੰ ਪੇਸ਼ਕਸ਼ਾਂ ਵੀ ਹੋਈਆਂ, ਪੈਸਾ ਵੀ ਦਿੱਤਾ ਗਿਆ। ਕੈਨੇਡਾ ਦੇ ਮੀਡੀਆ 'ਚ ਤੇ ਅਮਰੀਕਾ ਦੇ 'ਚ ਇੰਨਾ ਇਹ ਇਸ਼ੂ ਛਾਇਆ ਰਿਹਾ, ਉਹਦੇ ਨਾਲ ਪੰਜਾਬ ਦੀ ਇੱਜ਼ਤ ਵਧੀ, ਪੰਜਾਬੀਆਂ ਦੀ ਵਧੀ ਕਿ ਮੁੰਡੇ ਨੇ ਸਟੈਂਡ ਪੂਰਾ ਲਿਆ ਆਪਣਾ, ਝੁਕਿਆ ਨਹੀਂ। ਇਸੇ ਤਰ੍ਹਾਂ ਸੁਸ਼ਮਾ ਸਵਰਾਜ ਦਾ, ਹੁਣ ਪਾਕਿਸਤਾਨ ਨਾਲ ਆਪਣੇ ਕਿੱਡੇ ਮਾੜੇ ਰਿਲੇਸ਼ਨ ਹੋਏ, ਇਹਦੇ ਬਾਵਜੂਦ ਉਹਨਾਂ ਦੇ ਬੱਚਿਆਂ ਦੇ ਇਲਾਜ ਲਈ ਕੁਛ ਲਈ ਸੁਸ਼ਮਾ ਸਵਰਾਜ ਦਿੰਦੀ ਰਹੀ। ਠੀਕ ਹੈ। ਜਾਣੇ ਇਹ ਕੇਸ ਜਿਹੜਾ ਉਹ ਲੜਕੀ ਦਾ ਜਿਹੜਾ ਸੀ ਨਾ, ਉਹਦਾ ਇੱਥੇ ਨਾ ਆਉਣਾ ਤੇ ਬਿਆਨ ਨਾ ਦੇਣਾ, ਇਸ ਕਰਕੇ ਕੇਸ ਫੇਲ ਹੋਇਆ। ਐਵੇਂ ਆਪਾਂ ਸਿਆਸੀ ਕਹੀ ਜਾਈਏ, ਉਸ ਵੇਲੇ ਦਬਾਅ ਸੀ, ਉਹ ਡਰਦੀ ਨਹੀਂ ਆਉਂਦੀ ਸੀ, ਉਹਨੂੰ ਪਤਾ ਸੀ ਵੀ ਮੈਨੂੰ ਕਿਸੇ ਨੇ ਪ੍ਰੋਟੈਕਟ ਨਹੀਂ ਕਰਨਾਗਾ। ਜੇ ਉਹਨੂੰ ਠੀਕ ਹੈ, ਇਹਦਾ ਕੇਸ ਦਾ ਵਾਕਈ ਸਿਰੇ ਚੜ੍ਹਨਾ ਬਹੁਤ ਜ਼ਰੂਰੀ ਹੈ, ਚਾਹੇ ਕੋਈ ਵੀ ਪਾਰਟੀ ਹੋਵੇ। ਨਹੀਂ, ਇਹਦੇ ਨਾਲ ਦੇਸ਼ ਨਾਲ ਤਾਂ ਹੀ ਤੁਹਾਡੀ ਇੱਜ਼ਤ ਵਧੇਗੀ, ਬਾਹਰ ਟੂਰਿਸਟ ਤਾਂ ਹੀ ਇੱਥੇ ਆਏਗਾ ਕੋਈ ਬੰਦਾ। ਠੀਕ ਹੈ, ਜੇ ਉਹਨੂੰ ਹੋਵੇ ਮੈਂ ਸੇਫ ਹੈ ਇੱਥੇ। ਇਸ ਕੇਸ 'ਚ ਦਮ ਹੈ ਹਲੇ ਵੀ? ਹੈਗਾ ਜੀ, ਬਿਲਕੁਲ ਹੈ। ਜੇ ਅਗਰ ਉਹ ਬਿਆਨ ਦਿੰਦੀ ਆ ਕੇ। ਠੀਕ ਹੈ, ਮੈਂ ਆਂਦਾ ਇੱਕ ਵਕੀਲ ਤੋਂ ਪੁੱਛ ਲੈਣੇ, ਇਸ ਕੇਸ ਦੇ ਵਿੱਚ ਕਿੰਨਾ ਕੁ ਦਮ ਹੈ ਹਲੇ? ਦੇਖੋ ਜੀ, ਬਿਲਕੁਲ ਦਮ ਹੈ। ਪਿਛਲੇ ਟਾਈਮ ਦੇ ਵਿੱਚ ਜਿਹੜੇ ਹਾਲਾਤ ਬੀਤਦੇ ਰਹੇ ਜਾਂ ਵਾਪਰਦੇ ਰਹੇ ਆ, ਔਰ ਖਾਸ ਤੌਰ ਤੇ ਜਿੱਥੇ ਲੇਡੀਜ਼ ਦੇ ਇਸ ਤਰ੍ਹਾਂ ਦੇ ਹੋਏ ਆ ਕੰਮ, ਉਹਨਾਂ ਦੇ ਵਿੱਚ ਬਹੁਤ ਹੀ ਗਵਰਨਮੈਂਟ ਨੇ ਸਖਤ ਫੈਸਲੇ ਲਏ ਆ। ਇੱਕ ਛੋਟਾ ਜਿਹਾ ਕੇਸ ਹੋਇਆ ਚੰਡੀਗੜ੍ਹ ਦੇ ਵਿੱਚ, ਉਸ ਕੇਸ ਦੇ ਵਿੱਚ ਹਾਲਾਂਕਿ ਮੈਂ ਸਮਝਦਾ ਐਜ਼ ਐਡਵੋਕੇਟ ਮਿਸਟਰ ਬਰਾਲਾ ਵਾਲਾ, ਉਹ ਕੋਈ ਬਹੁਤ ਵੱਡਾ ਕੇਸ ਨਹੀਂ ਸੀ। ਸਿਰਫ ਉਹ ਮੀਡੀਆ ਦੇ ਵਿੱਚ ਆਉਣ ਕਰਕੇ ਔਰ ਲਾਈਮਲਾਈਟ ਹੋਣ ਕਰਕੇ ਉਹਨੂੰ ਐਡਾ ਵੱਡਾ ਬਣਾ ਦਿੱਤਾ ਗਿਆ। ਜੇ ਉਹ ਆਮ ਆਦਮੀ ਦਾ ਕੇਸ ਹੁੰਦਾ, ਸ਼ਾਇਦ ਉਹ ਕਦੋਂ ਦੀ ਜ਼ਮਾਨਤ ਹੋ ਜਾਣੀ ਸੀ, ਸ਼ਾਇਦ ਕਦੋਂ ਦਾ ਸਭ ਕੁਝ ਹੋ ਜਾਣਾ। ਪਰ ਜਦੋਂ ਇਹ ਕੇਸ ਹੋਇਆ, ਉਦੋਂ ਮੈਂ ਤੁਹਾਨੂੰ ਦੱਸਦਾ ਨਾ, ਉਦੋਂ ਇਹ ਮੀਡੀਆ 'ਚ ਆਇਆ ਕੇਸ, ਜਿਵੇਂ ਮੈਂ ਦੱਸਦਾ ਸਾਹਿਬ ਨੇ ਦੱਸਿਆ। ਮੈਂ ਦੱਸਦਾ ਜੀ,
ਉਹ ਜਦੋਂ ਇਹ ਕੇਸ ਮੀਡੀਆ ਦੇ ਵਿੱਚ ਆਇਆ ਤਾਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੇ ਗਈ ਔਰ ਇੰਟਰਨੈਸ਼ਨਲ ਲੈਵਲ ਤੇ ਜਾਣ ਤੋਂ ਬਾਅਦ ਉਸ ਕੇਤੀਆ ਕੁੜੀ ਨੇ ਵੀ ਇਸ ਬਾਰੇ ਪੜ੍ਹਿਆ ਔਰ ਇਸ ਦੇ ਸੰਬੰਧ ਦੇ ਵਿੱਚ ਉਸਨੇ ਇੱਕ ਚਿੱਠੀ ਲਿਖੀ। ਉਹ ਜਿਹੜੀ ਚਿੱਠੀ ਸੀ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਛਪੀ। ਉਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਇੱਕ ਕਾਉਂਸਲਰ ਹੈਗੇ ਆ ਦਿੱਲੀ ਦੇ, ਉਹਨਾਂ ਨੇ ਇਸ ਚਿੱਠੀ ਨੂੰ ਲੈ ਕੇ ਉਹਨਾਂ ਨੇ ਜਿਹੜਾ ਵੂਮਨ ਕਮਿਸ਼ਨ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਤੇ ਉਸ ਦੇ ਉੱਤੇ ਜਿਹੜਾ ਹੈਗਾ ਪੰਜਾਬ ਗਵਰਨਮੈਂਟ ਨੂੰ ਬੁਲਾਇਆ ਗਿਆ। ਹੁਣ ਜਿੱਥੋਂ ਤੱਕ ਤੁਸੀਂ ਕੁਐਸਚਨ ਕੀਤਾ, ਤੁਹਾਡਾ ਜਿਹੜਾ ਗੱਲ ਹੈਗੀ ਆ, ਪਹਿਲਾ ਕੁਐਸਚਨ ਤੁਹਾਡਾ ਇਹ ਸੀ ਕਿ ਅਮੀਰ ਲਈ ਹੋਰ ਲਾਏ, ਗਰੀਬ ਲਈ ਹੋਰ ਲਾਏ। ਇਹ ਬਿਲਕੁਲ ਸਹੀ ਗੱਲ ਹੈਗੀ ਹੈ ਤੇ ਜੇ ਕਿਸੇ ਆਮ ਬੰਦੇ ਦੀ ਇਹ ਘਟਨਾ ਹੁੰਦੀ ਨਾ ਤਾਂ ਸ਼ਾਇਦ ਇਹ ਨਾ ਚੱਕੀ ਜਾਂਦੀ ਔਰ 20-22 ਸਾਲ ਬਾਅਦ ਤਾਂ ਬਹੁਤ ਕੁਝ ਮਰ ਮੁੱਕ ਜਾਂਦਾ। ਪਰ ਇਸ ਕੇਸ ਦੇ ਵਿੱਚ ਕਿਉਂਕਿ ਲਾਈਮਲਾਈਟ ਕੇਸ ਹੈਗਾ, ਉਹਦੀ ਇੱਕ ਚਿੱਠੀ ਦਾ ਆਉਣਾ ਜਿਹੜਾ ਹੈਗਾ, ਇਹ ਗੱਲ ਇੱਥੇ ਤੱਕ ਚਲੀ ਗਈ ਹੈ। ਦੂਜੀ ਗੱਲ, ਜਿੰਨੇ ਵੀ ਉਰੇ ਨੁਮਾਇੰਦੇ ਬੈਠੇ ਆ, ਸੰਧੂ ਸਾਹਿਬ ਬੈਠੇ ਆ, ਸਾਡੇ ਪੁਰਾਣੇ ਮਿੱਤਰ ਆ, ਇਹਨਾਂ ਨੇ ਮੈਨੂੰ ਤਾਂ ਸ਼ਾਇਦ ਪਛਾਣਿਆ ਵੀ ਨਹੀਂ ਹੋਣਾ। ਇਹ ਉਹ ਖਾੜਕੂ ਬੰਦੇ ਜਿਹੜੇ ਅੱਜ ਕਾਂਗਰਸ ਦੀ ਲਾਈਨ ਤੇ ਬੋਲ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਸੱਚ ਦੇ ਬਾਰੇ ਕੋਈ ਗੱਲ ਕੀਤੀ ਹੋਵੇ ਔਰ ਸੱਚ ਦੀ ਗੱਲ ਕਰਨੀ ਚਾਹੀਦੀ ਹੈ। ਜੋ ਹੋਇਆ ਸਭ ਨੂੰ ਪਤਾ ਕਿ ਮਾੜਾ ਹੋਇਆ, ਉਸ ਕੁੜੀ ਦੇ ਨਾਲ ਕਿੰਨਾ ਮਾੜਾ ਹੋਇਆ ਔਰ ਇੰਟਰਨੈਸ਼ਨਲ ਲੈਵਲ ਤੇ ਕਿੰਨੀ ਬਦਨਾਮੀ ਹੋਈ, ਕਿੰਨਾ ਮਾੜਾ ਕੰਮ ਹੋਇਆ ਕਿ ਇਹ ਮੈਂ ਇਸ ਦੀ ਜਿਹੜੀ ਤੁਸੀਂ ਗੱਲ ਪੁੱਛਣੀ ਚਾਹੁੰਦੇ ਆ ਕਿ ਇਹਦਾ ਕਾਨੂੰਨੀ ਤੌਰ ਤੇ ਕੁਝ ਹੋ ਸਕਦਾ। ਤੁਸੀਂ ਮਨੂ ਸ਼ਰਮਾ ਕੇਸ ਦੇ ਵਿੱਚ ਦੇਖਿਆ ਹੋਊਗਾ ਕੀ ਹੋਇਆ, ਉਹਦੇ ਵਿੱਚ ਸਾਰਾ ਗਵਾਹ ਮੁੱਕਰੇ, ਗਵਾਹ ਮੁੱਕਣ ਤੋਂ ਬਾਅਦ ਉਸ ਕੇਸ ਨੂੰ ਦੁਬਾਰਾ ਖੋਲਿਆ ਗਿਆ, ਉਹ ਸਾਰੇ ਗਵਾਹਾਂ ਨੂੰ ਵੀ ਸਜ਼ਾ ਕੀਤੀ ਗਈ, ਮਨੂ ਸ਼ਰਮਾ ਨੂੰ ਵੀ ਸਜ਼ਾ ਕੀਤੀ ਗਈ। ਉਸ ਤੋਂ ਬਾਅਦ ਇੱਕ ਹੋਰ ਕੇਸ ਹੋਇਆ ਸੀ। ਮੈਂ ਵਾਪਸ ਆਣਾ, ਤੁਹਾਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪਏਗਾ, ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਫਿਰ ਜਲਦ ਹਾਜ਼ਰ ਹਾਂ। ब्रेक तो बाद दर्शकों का एक बार फिर तो स्वागत है। साडी विचार चर्चा जारी है। 23 साल बाद की मिलेगा कातियां नूं इंसाफ, इसे ते चर्चा जारी है। संधू साहब, एक सवाल मैं थोड़े तो जरूर पूछना चाहना। तुसीं पहले सैगमेंट च कहा कि सिर्फ सियासत तो प्रेरित है, कोई मुद्दा नहीं है ना कोल। मैं हुण जानना चाहना, हुण कौमी महिला कमीशन ने नोटिस भी जारी किया है, तुहाडे वधीक मुख सकत्तर नूं सद्दिया भी है। जे इस मामले दे विच कोई सच्चाई नहीं है तां तुसीं हुण क्यों नहीं इस मामले दा सच सारिਆਂ ਦੇ ਸਾਹਮਣੇ ਲੈ ਕੇ ਆਉਂਦੇ? ਸਰਕਾਰ ਤੁਹਾਡੀ ਹੈ, ਸਭ ਕੁਝ ਤੁਹਾਡੇ ਹੱਥ ਹੈ, ਤੁਸੀਂ ਇਸ ਮਾਮਲੇ ਨੂੰ ਦੁਬਾਰਾ ਖੋਲਦੇ ਕਿਉਂ ਨਹੀਂ? ਅਸੀਂ ਤਾਂ ਕਹਿੰਦੇ ਆ ਵੀ ਜੇ ਕੋ ਕੌਮੀ ਕਮਿਸ਼ਨ ਨੇ ਖੋਲਿਆ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਲਿਆਵੇ। ਸਾਨੂੰ ਤਾਂ ਅਫਸੋਸ ਹੈ ਵੀ 1999 ਦੇ ਵਿੱਚ ਜੋ ਬਾਦਲ ਸਰਕਾਰ ਨੇ ਅੱਗੇ ਅਪੀਲ ਕਿਉਂ ਨਾ ਪਾਈ। ਹੁਣ ਉਹ ਪ੍ਰਕਿਰਿਆ ਪ੍ਰੋਸੈਸ ਕਰ ਲਓ। ਅਸੀਂ ਉਹਨੂੰ ਅਪੋਜ਼ ਨਹੀਂ ਕਰਦੇ ਕਾਂਗਰਸ ਪਾਰਟੀ। ਅਸੀਂ ਆਨੇ ਵੀ ਜੇ ਉਹਦੇ ਵਿੱਚ ਕੋਈ ਦਮ ਹੈ ਕਾਨੂੰਨੀ ਤੌਰ ਤੇ। ਪਰ ਅਕਾਲੀ ਦਲ ਇਲਜ਼ਾਮ ਇਹ ਲਾਉਂਦੇ ਨੇ ਕਿ ਸਬੂਤਾਂ ਦੀ ਘਾਟ ਹੀ ਇਸੇ ਕਰਕੇ ਹੋਈ ਹੈ ਕਿਉਂਕਿ ਸਿਆਸੀ ਦਬਾਅ ਰਿਹਾ। नहीं पर वो अपील तो कर सकते लड़की जरूरत ही नहीं कर सकती सी इत्थे आउंदी देखो जे आपां विदेशां च डेलीगेशन भेज सकते हैं ये भी भेज सकते सी कि भाई सरकार बदल गई है वो सरकार होर सी साडी हुण बड़ी इंसाफ पसंद सरकार आ गई है बीबा आओ असीं तुहानूं प्रोटेक्ट करांगे वो तो कुछ कीता ही नहीं ਤੇ ਹੁਣ 23 ਸਾਲਾਂ ਬਾਅਦ ਅਚਾਨਕ ਇੱਜ਼ਤ ਦੇਸ਼ ਦੀ ਵੀ ਸਾਹਮਣੇ ਆ ਗਈ ਪੰਜਾਬ ਦੀ ਵੀ ਆ ਗਈ। ਹਾਂਜੀ ਟੀਨੂ ਸਾਹਿਬ ਜਿਹੜਾ ਇਹ ਤਾਂ ਪੁੱਠਾ ਹੀ ਕੇਸ ਪੈਂਦਾ ਨਜ਼ਰ ਆ ਰਿਹਾ। ਨਹੀਂ ਪੁੱਠਾ ਨਹੀਂ ਜੀ ਇਹ ਸਿਰਫ ਨਾ ਆਪਾਂ ਨੂੰ ਮੈਂ ਪਹਿਲਾਂ ਕਿਹਾ ਇਹ ਕੇਸ ਨੂੰ ਆਪਾਂ ਸਿਆਸੀ ਲਾਈਨ ਤੇ ਨਹੀਂ ਰੱਖਣਾ ਚਾਹੀਦਾ। ਸਿਆਸੀ ਨਜ਼ਰੀਏ ਨਾਲ ਨਾ ਦੇਖੀਏ ਬੜਾ ਸੀਰੀਅਸ ਸੈਂਸਿਟਿਵ ਕੇਸ ਆ ਪਰ ਸਮੇਂ ਦੀ ਸਿਆਸਤ ਦੇ ਇਨਵੋਲਵ ਰਹੀ ਹੈ ਜੀ ਇਹਦੇ ਆਪਾਂ ਵੀ ਧੀਆਂ ਭੈਣਾਂ ਵਾਲੇ ਆ। ਇੱਕ ਮਿੰਟ ਜੀ ਟੀਨੂ ਸਾਹਿਬ ਗੱਲ ਇਹ ਹੈ कि आप वार-वार ये तो कह रहे हैं कि सियासी ना लिए सियासी एक्ट तो ना देखिए पर इस केस का होया सियासी करनी है हाले तक जे सियासीकरण ना होया होंदा तो 23 साल ना लगदे। बिल्कुल सियासीकरण होया 100% परचा नहीं दर्ज किया गया वो कुड़ी नूं डराया गया कुड़ी नूं इत्थों भजाया गया और धारा किहड़ियां लाइयां अफसर किहड़ा लाया उस केस नूं डील करन लई स्पैशल सद के तरनताਰਨ ਤੋਂ रोपड़ लाया गया उहनूं और उहनूं केस दिता गया। सो कोई भी होवे ਜਦੋਂ ਉਹਨੂੰ ਡਰਾਇਆ ਧਮਕਾਇਆ ਜਾਂਦਾ ਫਿਰ ਖਾਸ ਕਰਕੇ ਵਿਦੇਸ਼ੀ ਜਦੋਂ ਔਰ ਸਮਾਂ ਕਿਹੋ ਜਿਹਾ ਸੀ ਜਿਹੜੀ ਗੱਲ ਹੁਣੇ ਹੀ ਗੱਲ ਕੀਤੀ ਗਈ ਨਾ ਵੀ ਸਮਾਂ ਕਿਦਾਂ ਦਾ ਸੀ। ਸੋ ਆ ਤਾਂ ਟੋਟਲ ਆਪਣਾ ਆਪ ਬਚਾਉਣ ਲਈ ਕਾਂਗਰਸ ਪਾਰਟੀ ਕਰ ਰਹੀ ਆ ਬਈ ਉਦੋਂ 1999 ਚ ਸਰਕਾਰ ਬਾਦਲ ਸਾਹਿਬ ਦੀ ਸੀ। ਇੱਕ ਮਿੰਟ 1994 ਚ ਜਿਹੜਾ ਪਰਚਾ ਦਰਜ ਹੋਇਆ 94 95 96 97 4 साल केस का फैसला नहीं होने दिता क्योंकि केस कमजोर दर्ज कराया
ਤੇ ਉਹ ਕੁੜੀ ਆਈ ਨਹੀਂ, ਉਹਨੂੰ ਡਰਾ ਧਮਕਾ ਦਿੱਤਾ। ਹੁਣ ਤਾਂ ਇਹ ਨਾ ਇਹਨਾਂ ਨੂੰ ਇਨਸਾਫ ਦੀ ਗੱਲ ਕਰਨੀ ਚਾਹੀਦੀ ਆ। ਇਹ ਤਾਂ ਬਿਲਕੁਲ ਬੇਇਨਸਾਫੀ। ਟੀਨੂ ਸਾਹਿਬ ਬਾਰੀ-ਬਾਰੀ ਕਹਿ ਰਹੇ ਆ ਵੀ ਪਰਚਾ ਕਮਜ਼ੋਰ ਦਰਜ ਕੀਤਾ, ਇਹ ਕੀਤਾ। ਪਰਚੇ ਦੇ ਵਿੱਚ ਜਿਹੜੇ ਸੈਕਸ਼ਨ ਸੀ ਉਹ ਇਨਹਾਂਸ ਹੋ ਸਕਦੇ ਸੀ ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ। ਉਹ ਭਾਈ ਸਰਕਾਰ ਕਾਂਗਰਸ ਦੀ ਸੀ 4 ਸਾਲ 99 ਦੇ ਵਿੱਚ ਮੈਂ ਗੱਲ ਕਰਦਾ, ਜਦੋਂ 97 ਚ ਤੁਸੀਂ ਆ ਗਏ ਸੀ ਉਦੋਂ ਨਹੀਂ ਹੋ ਸਕਦੇ ਸੀਗੇ, ਉਦੋਂ ਨਹੀਂ ਹੋ ਸਕਦੀ। ਚਲਾਨ ਪੇਸ਼ ਹੋ ਚੁੱਕਾ। ਹਰਪ੍ਰੀਤ ਜੀ, ਇਸ ਮੁਲਕ ਦੇ ਵਿੱਚ ਹਮੇਸ਼ਾ ਆਮ ਵਰਸਸ ਖਾਸ ਰਿਹਾ। ਆਮ ਲੋਕਾਂ ਤੇ ਪੋਲੀਟੀਕਲ ਪਾਰਟੀਆਂ ਝੂਠੇ ਪਰਚੇ ਦਾ ਪਾ ਦਿੰਦੀਆਂ, ਪਰ ਜਦੋਂ ਇਹਨਾਂ ਦੇ ਆਪਦੇ ਘਰੇ ਅੱਗ ਲੱਗਦੀ ਆ, ਆਪਦੇ ਬੱਚਿਆਂ ਦੀ ਬਣਦੀ ਆ, ਤਾਂ ਉਦੋਂ ਉਹ ਇੱਕ ਹੋ ਜਾਂਦੀਆਂ। ਉਦੋਂ ਬਚਾਉਣ ਲਈ ਇਹ ਦੇਸ਼ ਦੇ ਇੰਟਰਸਟ, ਆਮ ਲੋਕਾਂ ਦੇ ਹਿਊਮਨ ਰਾਈਟਸ ਨੂੰ ਅੱਖੋਂ ਪਰੋਖੇ ਕਰਕੇ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੇ ਬਚਾ ਸਕਦੇ ਆ। ਸੰਧੂ ਸਾਹਿਬ ਜੀ, ਜੋ ਬੂਟਾ ਸਿੰਘ ਜੀ ਨੇ ਕਿਹਾ, ਅਸੀਂ ਸਪਸ਼ਟ ਕਹਿੰਦੇ ਆ ਕਿ ਜੇ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਕਿ ਉਦੋਂ ਸਰਕਾਰੀ ਦਬਾਅ ਸੀ, ਮੈਂ ਕਹਿੰਦਾ 99 ਚ ਇਹਨਾਂ ਦੀ ਸਰਕਾਰ ਆ ਗਈ। ਐਡਾ ਚਰਚਿਤ ਕੇਸ ਸੀ ਜਿਹੜਾ ਵਿਦੇਸ਼ਾਂ। ਚਲੋ ਬੂਟਾ ਸਿੰਘ ਤਾਂ ਤੁਹਾਨੂੰ ਦੋਵਾਂ ਨੂੰ ਕਹਿ ਰਹੇ ਕਿ ਤੁਸੀਂ ਦੋਨੋਂ ਹੀ ਮਿਲੇ ਪਏ ਹੋ, ਅਕਾਲੀ ਤੇ ਕਾਂਗਰਸ ਦੋਵਾਂ ਨੇ ਇਸ ਕੇਸ ਨੂੰ ਖਰਾਬ ਕੀਤਾ। ਉਹ ਮੈਂ ਜਸਟ ਮਹਿਤਾਬ ਸਿੰਘ ਗਿੱਲ ਦਾ ਕਮਿਸ਼ਨ ਆਇਆ, ਉਹਦੇ ਵਿੱਚ 102 ਕੇਸ ਕੱਲੇ ਬੀਬੀ ਹਰਸਿਮਰਤ ਕੌਰ ਦੀ ਲੋਕ ਸਭਾ ਚੋਂ ਆਈ ਹੈ, ਉਹਦੇ ਚੋਂ 79 ਕੇਸ ਝੂਠੇ ਨਿਕਲੇ। ਉਹੀ ਜਸਟਿਸ ਮਹਿਤਾਬ ਸਿੰਘ ਹੈ ਜਿਹੜੇ ਕੈਪਟਨ ਸਾਹਿਬ ਦੇ ਬੜੇ ਕਲੋਜ਼ ਆ। ਇਹ ਬਲਾਤਕਾਰ ਦੇ ਨਿਕਲੇ और सारा कमीशन ही कांग्रेस का उस कमीशन ਨੂੰ ਮੰਨਦੇ ਹੀ ਨਹੀਂ ਅਸੀਂ। ਉਹ ਕਾਂਗਰਸ ਦਾ ਕਮਿਸ਼ਨ ਹੈ, ਉਹਨਾਂ ਜੱਜਸ ਦੀ, ਉਹਨਾਂ ਜਸਟਿਸ ਦੀ, ਉਹਨਾਂ ਦੀ ਕਰਨ ਲੱਗਿਆ ਨਹੀਂ ਸਭ ਐਫੀਲੀਏਸ਼ਨ ਕਾਂਗਰਸ ਨਾਲ ਅੱਜ ਤੱਕ ਸ਼ੁਰੂ ਤੋਂ ਲੈ ਕੇ। ਸੋ ਆਪਣੇ ਬੰਦਿਆਂ ਨੂੰ ਕਮਿਸ਼ਨ ਦੇ ਮੈਂਬਰ ਬਣਾਉਂਦੇ ਆ। ਉਹਨਾਂ ਦੇ ਪਿਤਾ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ। ਪਿਤਾ ਜੀ ਨੂੰ ਛੱਡੋ, ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਕਮਿਸ਼ਨ ਦੇ ਚੱਲ ਰਿਹਾ ਉਸੇ ਤੇ ਕਰੀਏ। ਹਾਂਜੀ ਤਾਰਨੀ ਸਾਹਿਬ, ਦੇਖੋ ਸੰਧੂ ਸਾਹਿਬ ਮੋੜ ਕਿੜ ਕੇ ਉੱਥੇ ਗੱਲ ਲਿਆਉਨੇ ਆ। ਇਹ 94 ਵਾਲਾ ਐਪੀਸੋਡ ਭੁੱਲ ਜਾਂਦੇ ਆ, ਬਾਦਲ ਸਾਹਿਬ ਪਰ ਪਹੁੰਚ ਜਾਂਦੇ ਆ। ਬਸ 31 ਅਗਸਤ ਨੂੰ ਇਹ ਘਟਨਾ ਵਾਪਰੀ ਸੀ ਜੀ। 8 ਤੋਂ 9 ਤਰੀਕ ਨੂੰ ਇਹ ਜਿਹੜਾ ਹੈਗਾ ਅੰਬੈਸੀ, ਫਰਾਂਸ ਅੰਬੈਸੀ ਦੇ ਪ੍ਰੈਸ਼ਰ ਪਾਉਣ ਤੇ ਇਹ ਪਰਚਾ ਦਰਜ ਹੋਇਆ ਸੀ। ਔਰ ਉਹ ਪਰਚਾ ਕਿਹਨੇ ਦਰਜ ਕੀਤਾ ਸੀ? ਅਜੀਤ ਸਿੰਘ ਸੰਧੂ ਨੇ। ਔਰ ਅਜੀਤ ਸਿੰਘ ਸੰਧੂ ਦਾ ਜਿਹੜਾ ਕਿਰਦਾਰ ਸੀ ਉਸ ਬਾਰੇ ਕੋਈ ਭੁੱਲਿਆ ਵਾ ਨਹੀਂ ਹੈਗਾ ਕਿ ਉਹ ਕਿੰਨੇ ਕੁ ਪ੍ਰੈਸ਼ਰ ਦੇ ਵਿੱਚ ਲੋਕਾਂ ਦੇ ਉੱਤੇ ਤਸ਼ੱਦਦ ਕਰਦੇ ਸੀ ਔਰ ਕੰਮ ਕਰਦੇ ਸੀ। ਉਸ ਤੋਂ ਬਾਅਦ ਉਹ ਐਸਾ, ਦੇਖੋ ਸਭ ਤੋਂ ਵੱਡੀ ਸਾਡੇ ਕੋਲ ਏਜੰਸੀ ਕਿਹੜੀ ਹੈਗੀ ਆ? ਸਾਡੇ ਕੋਲ ਏਜੰਸੀ ਹੈਗੀ ਆ ਪੁਲਿਸ, ਜਿਹਨੇ ਮਤਲਬ ਜਿਹੜੀ ਹੈਗੀ ਆ ਸਾਰੇ ਕੇਸ ਨੂੰ ਠੀਕ ਹੈ ਸਮਝ ਗਿਆ ਬਣਾਉਣਾ ਹੈਗਾ। ਬਟ ਜੇ ਉਹ ਪਹਿਲੇ ਹੀ ਲੰਗੜਾ ਕੇਸ ਬਣਾ ਦੇਣਗੇ ਤਾਂ ਉਹਦੇ ਚ 164 ਦਾ ਬਿਆਨ ਹੋਇਆ। 164 ਦੇ ਬਿਆਨ ਦੇ ਵਿੱਚ ਉਹਨੇ ਬੜਾ ਹੀ ਵਧੀਆ ਸਟੇਟਮੈਂਟ ਉੱਥੇ ਰਿਕਾਰਡ ਕੀਤੀ। ਉਸ ਤੋਂ ਬਾਅਦ ਉਹ ਜਿਹੜੀ ਹੈਗੀ ਹੈ ਡਿਸਹਾਰਟਡ ਹੋ ਕੇ ਫਰਾਂਸ ਵਾਪਸ ਚਲੇ ਗਈ। ਉਸ ਦੇ ਜਿਹੜੇ 2 ਨਾਲ ਦੇ ਸਾਥੀ ਸੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਤੋਂ ਗਵਾਹੀ ਮੁਕਰਾਈ ਗਈ। ਔਰ ਉਹਦੇ ਵਿੱਚ ਹੋਰ ਇੱਕ ਜਿਹੜਾ ਹੈਗਾ ਸੀ ਵਾਦਾ ਮਾਫ ਗਵਾਹ ਬਣਾਇਆ ਗਿਆ ਉਹਨਾਂ ਦੇ ਵਿੱਚੋਂ, ਉਸ ਨੂੰ ਵੀ ਬਾਅਦ ਦੇ ਵਿੱਚ ਗਵਾਹੀ ਦੇ ਵਿੱਚੋਂ ਮੁਕਰਾਇਆ ਗਿਆ। ਔਰ ਇਸ ਤਰ੍ਹਾਂ ਦਾ ਸਿਸਟਮ, ਔਰ ਅੰਬੈਸੀ ਦੇ ਵਿੱਚ ਔਰ ਥ੍ਰੈਟਨਿੰਗ ਇੰਨੀ ਉਹਦੇ ਲਈ ਕੁੜੀ ਲਈ ਜਾਂਦੀ ਸੀ, ਉਹ ਕਹਿੰਦੀ ਮੈਂ ਆ ਹੀ ਨਹੀਂ ਸਕਦੀ। ਕਿ ਉਸ ਟਾਈਮ ਤੇ ਇਸ ਤਰ੍ਹਾਂ ਦੀਆਂ ਵੀਡੀਓ ਕਾਨਫਰੰਸਿੰਗ ਕਰੀਆਂ ਨਹੀਂ ਸੀ ਜਾ ਸਕਦੀਆਂ ਜਿਹੜੀਆਂ ਅੱਜ ਬਾਬੇ ਵਾਲੇ ਕੇਸ ਦੇ ਵਿੱਚ ਕਰੀਆਂ ਜਾ ਰਹੀਆਂ? ਕੀ ਇਸ ਤਰ੍ਹਾਂ ਦੇ ਸਿਸਟਮ ਬਣਾਏ ਨਹੀਂ ਸੀ ਜਾਂਦੇ? ਪਰ ਨਹੀਂ, ਕਿਉਂਕਿ ਸਾਰੀ ਦੀ ਸਾਰੀ ਪੁਲਿਸ ਔਰ ਸਾਰੇ ਦਾ ਸਾਰਾ ਸਿਸਟਮ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਹੜਾ ਸਿਸਟਮ, ਸਾਰੇ ਦਾ ਸਾਰਾ ਬਕਾਊ ਸੀ ਔਰ ਵੇਚਿਆ ਵਾ ਸੀ। ਔਰ ਵਿਕਣ ਤੋਂ ਬਾਅਦ ਜਿਹੜਾ ਹੈਗਾ ਸੀ ਸਿਸਟਮ ਨੂੰ ਜਿਹੜਾ ਹੈਗਾ ਇਸ ਪਾਸੇ ਤੋੜਿਆ ਗਿਆ। ਇਸ ਗੱਲ ਨਾਲ ਇਤਫਾਕ ਰੱਖਦੇ ਹੋ ਤੁਸੀਂ? ਬਿਲਕੁਲ ਜੀ, ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਸੱਚੀ ਗੱਲ ਤਾਂ ਇਹ ਹੈ ਕਿ 1984 ਤੋਂ ਬਾਅਦ 95, 97, 96 ਤੱਕ ਕੋਈ ਤੁਸੀਂ ਪੁਲਿਸ ਦੇ ਅਫਸਰ ਨੂੰ ਕਿਸੇ ਬੰਦੇ 'ਚ ਹਿੰਮਤ ਨਹੀਂ ਸੀ ਕਿ ਕਿਸੇ ਦੇ ਖਿਲਾਫ ਬੋਲ ਸਕੇ, ਕਿਉਂਕਿ ਉਸ ਵੇਲੇ ਡਿਫਰੈਂਟ ਕਿਸਮ ਦਾ ਵੱਖਰਾ ਹੀ ਰਾਜ ਸੀ, ਵੱਖਰਾ ਹੀ ਕਾਨੂੰਨ ਸੀ। ਕੋਈ ਵੱਡੇ ਤੋਂ ਵੱਡਾ, ਚਾਹੇ ਉੱਥੇ ਕੋਈ ਪੱਤਰਕਾਰ ਸੀ ਚਾਹੇ ਕੋਈ ਹੋਰ ਸੀ, ਫਿਰ ਵੀ ਮੈਂ ਕਹਿੰਦਾ ਉਸ ਵੇਲੇ ਪੱਤਰਕਾਰਾਂ ਦੀ ਹਿੰਮਤ ਸੀ ਜਿਨ੍ਹਾਂ ਨੇ ਇਹ ਕੇਸ ਨੂੰ ਚੁੱਕਿਆ ਸੀਗਾ। ਲੇਕਿਨ ਇਹ ਬਿਲਕੁਲ ਇਸੇ ਤਰ੍ਹਾਂ ਹੋਈ ਜਿਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਲੜਕੀ ਨੂੰ ਇੰਨੀ ਥ੍ਰੈਟ ਹੋਵੇ, ਕੋਈ ਇੱਥੇ ਕਿਵੇਂ ਵਾਪਸ ਆਏਗੀ? ਉਹ ਤਾਂ ਲੜਕੀ ਬਾਹਰਲੇ ਮੁਲਕ ਦੀ ਸੀ, ਆਪਣੇ ਪੰਜਾਬ 'ਚ ਵਸਣ ਵਾਲਾ ਬੰਦਾ ਹਿੰਮਤ ਨਹੀਂ ਸੀ ਕਰ ਸਕਦਾ ਕਿ ਮੈਂ ਇਹਦੇ ਖਿਲਾਫ ਗਵਾਹੀ ਦੇ ਦਿਆਂ ਜਾਂ ਉੱਠ ਕੇ ਖੜਾ ਹੋ ਜਾ। ਹਾਲਤ ਇਹ ਸੀ ਉਸ ਵੇਲੇ। ਚਲੋ ਹੁਣ ਲੱਗਦਾ ਕਿ ਕੁਝ ਹੋ ਪਾਊਗਾ? ਇਹ ਹਾਂਜੀ, ਹੁਣ ਉਹ ਦੇਖੋ ਹੁਣ ਉਹਨਾਂ ਦਾ ਵੀ ਹੌਸਲਾ ਵਧਿਆ। ਗਵਰਨਮੈਂਟ ਆਫ ਇੰਡੀਆ ਦੇ, ਭਾਰਤ ਸਰਕਾਰ ਦਾ ਜਿਸ ਤਰ੍ਹਾਂ ਦਾ ਵਤੀਰਾ ਰਿਹਾ, ਵਿਦੇਸ਼ ਮੰਤਰੀ ਦਾ ਰਿਹਾ,
ਜਾਂ ਜਿਹੜੇ ਪੰਜਾਬ 'ਚ ਹੋਰ ਕੇਸ ਜਿਹੜੇ ਬਾਹਰਲੇ ਮੁਲਕਾਂ ਨਾਲ ਸੰਬੰਧਿਤ ਸੀ ਉਹਨਾਂ ਦਾ ਹੋਇਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜੀ ਜੀ। ਉਹ ਹੁਣ ਉਹਨਾਂ ਨੂੰ ਪਤਾ ਹੈ ਕਿ ਹੁਣ ਉੱਥੇ ਉਹ ਗੱਲ ਨਹੀਂ ਹੈ ਜੋ 1990 ਜਾਂ 94 'ਚ ਜਾਂ 92 93 ਸੀ। ਇਸ ਕਰਕੇ ਹੁਣ ਉਹਨੂੰ ਜੇ ਪੂਰੀ ਪ੍ਰੋਟੈਕਸ਼ਨ ਦਿੱਤੀ ਜਾਵੇ ਤੇ ਉਹ ਲੜਕੀ ਆ ਕੇ ਬਿਆਨ ਵੀ ਦੇ ਸਕਦੀ ਆ। ਚਲੋ ਹੁਣ ਉਮੀਦ ਕਰਦੇ ਹਾਂ ਕਿ ਉਹ ਕੁੜੀ ਇੱਥੇ ਆ ਕੇ ਬਿਆਨ ਦੇ ਤਾਂ ਇਹ ਸਾਰਾ ਕੇਸ ਅੱਗੇ ਵਧੇ। ਬੂਟਾ ਸਿੰਘ ਜੀ, ਇੱਕ ਗੱਲ ਮੈਂ ਜ਼ਰੂਰ ਜਾਣਨਾ ਚਾਹਨਾ, ਅਸੀਂ ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਤਾਂ ਕਹਿ ਰਹੇ ਹਾਂ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਦੀ ਵੀ ਉਨੀ ਉਹ ਗਲਤੀ ਜਿੰਨੀ ਕਾਂਗਰਸ ਦੀ ਰਹੀ ਹੈ, ਪਰ ਮੈਂ ਇਹ ਜਾਣਨਾ ਚਾਹਨਾ ਕਿ ਵਾਰ-ਵਾਰ ਜਦੋਂ ਅਸੀਂ ਇਹ ਗੱਲ ਕਰਨੇ ਕਿ ਇਹਨੂੰ ਸਿਆਸੀ ਅੱਖ ਤੋਂ ਨਹੀਂ ਦੇਖਣਾ ਚਾਹੀਦਾ, ਫਿਰ ਜਦੋਂ ਆਮ ਲੋਕਾਂ ਦੀਆਂ ਨਜ਼ਰਾਂ ਰਹਿੰਦੀਆਂ ਨੇ ਅਜਿਹੇ ਕੇਸਾਂ ਤੇ, ਹਾਈ ਪ੍ਰੋਫਾਈਲ ਕੇਸਾਂ ਤੇ, ਤਾਂ ਲੱਗਦਾ ਨਹੀਂ, ਧੱਕਾ ਨਹੀਂ ਲੱਗਦਾ ਆਮ ਲੋਕਾਂ ਨੂੰ ਕਿ ਇਹ 23 ਸਾਲ ਹੋ ਗਏ ਇਸ ਕੁੜੀ ਨੂੰ ਇਨਸਾਫ ਨਹੀਂ ਮਿਲਿਆ, ਸਾਡੇ ਵਰਗਿਆਂ ਨੂੰ ਕੀ ਇਨਸਾਫ ਮਿਲਦਾ? ਬਿਲਕੁਲ ਬਿਲਕੁਲ ਜੀ, ਜਦੋਂ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਇਨਸਾਫ ਨਹੀਂ ਹੁੰਦਾ ਤਾਂ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਭੈਣਾਂ, ਜਿਵੇਂ ਪਹਿਲਾਂ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਗੱਲ ਕੀਤੀ ਆ ਵੀ ਇਹ ਤਾਂ ਇੱਕ ਇੱਥੇ ਜਿਹੜਾ ਕੰਡੂ ਵਾਲਾ ਸੀਗਾ ਉਹ ਆ ਗਿਆ ਨਜ਼ਰਾਂ ਦੇ ਵਿੱਚ, ਹਜ਼ਾਰੀ ਕੇਸ ਜਿਹੜੇ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਹੋਇਆ ਵਾ, ਮੈਂ ਇੱਥੇ ਸ਼ਬਦ ਵਰਤੂੰਗਾ, ਵਿਗੜੇ ਹੋਏ ਘਰਾਂ ਦੇ ਆਉਂਦੇ ਨੇ ਤੇ ਬਿਲਕੁਲ ਉਹਨਾਂ ਦਾ ਹੌਸਲਾ ਨਹੀਂ ਪੈਂਦਾ, 1 ਸਾਲ ਨੂੰ ਇੰਨੇ ਹੋ ਜਾਣੇ। ਬਾਕੀ ਹਰਪ੍ਰੀਤ ਜੀ ਤੁਸੀਂ ਸਿਚੁਏਸ਼ਨ ਦੇਖੋ, ਉਹ 24 ਸਾਲ ਦੀ ਕੁੜੀ ਇੱਥੇ ਆਈ ਆ ਇੱਕ ਬਗਾਨੇ ਮੁਲਕ ਦੇ ਵਿੱਚ, ਸਾਡੇ ਵੀ ਬੱਚੇ ਬਾਹਰ ਜਾਂਦੇ ਨੇ, ਉਹਦਾ ਇੱਕ ਗਨਮੈਨਾਂ ਦੇ ਨਾਲ ਉਹਨੂੰ ਤੁਸੀਂ ਸਟਾਕ ਕਰਨਾ, ਉਹਨੂੰ ਕਿਡਨੈਪ ਕਰਨਾ, ਉਹਨੂੰ ਬਾਅਦ ਚ ਈਵਨ ਆਫਟਰ 1 ਵੀਕ ਉਹਨੂੰ ਕੰਪੈਲ ਕਰ ਦੇਣਾ ਵੀ ਉਹ ਦੇਸ਼ ਛੱਡ ਕੇ ਚਲੀ ਜਾਵੇ। ਉਹ ਕੀ ਵਾਪਰੀ ਹੋਊਗੀ, ਕੀ ਦੇਖੇ ਜਾਊਗੀ। ਮੈਂ ਤਾਂ ਅੱਜ ਕਹਿਣਾ ਚਾਹੁੰਦਾ, ਰਿਕੁਐਸਟ ਕਰਨਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹ ਕੁੜੀਆਂ ਦੀ PhD ਦੀ ਫ੍ਰੀ ਐਜੂਕੇਸ਼ਨ ਦੀ ਗੱਲ ਕਰਦੇ ਨੇ ਤੇ ਰੈਜ਼ਿਗਨੇਸ਼ਨ ਕਿਉਂ ਨਹੀਂ ਲੈ ਲੈਂਦੇ? ਚਲੋ ਫੇਸ ਕਰ ਲਓ, ਦੇਖਦੇ ਆ ਕੀ ਹੁੰਦਾ। ਇਹ ਗੱਲ ਤੇ ਆਵਾਂਗੇ ਆਪਾਂ ਨੈਕਸਟ ਸੈਗਮੈਂਟ ਦੇ ਵਿੱਚ। ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੇ ਵਿਚਾਰ ਚਰਚਾ ਜਾਰੀ ਹੈ। ਸਬੂਤਾਂ ਦੀ ਘਾਟ ਕਰਕੇ ਕੇਸ ਖਤਮ ਹੋ ਗਿਆ ਸੀਗਾ, ਹੁਣ ਫਿਰ ਤੋਂ ਮੰਗ ਕੀਤੀ ਗਈ ਹੈ। ਕੌਮੀ ਮਹਿਲਾ ਕਮਿਸ਼ਨ ਦੇ ਕੋਲ ਇਹ ਕੇਸ ਗਿਆ ਔਰ ਉਹਨਾਂ ਨੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਨੂੰ ਸੱਦਿਆ ਔਰ ਦੇਖਣਾ ਪਏਗਾ ਕਿ ਪੂਰਾ ਮਾਮਲਾ ਹੁਣੇ ਕੀ ਰੁਖ ਅਖਤਿਆਰ ਕਰਦਾ। ਸੰਧੂ ਸਾਹਿਬ, ਜਿਵੇਂ ਬੂਟਾ ਸਿੰਘ ਜੀ ਨੇ ਕਿਹਾ ਕਿ ਅਸਤੀਫਾ ਕਿਉਂ ਨਹੀਂ ਲੈ ਲੈਂਦੇ ਤੁਸੀਂ, ਜਿਸ ਦਾ ਨਾਮ ਵਿੱਚ ਆ ਰਿਹਾ ਉਹਨਾਂ ਦਾ ਅਸਤੀਫਾ ਲਓ, ਉਸ ਤੋਂ ਬਾਅਦ ਮਾਮਲਾ ਚੱਲਣ ਦਿਓਗੇ? ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਗੌਰਮੈਂਟ ਇਹਦੇ ਵਿੱਚ ਕੋਈ ਹਰਡਲ ਨਹੀਂ ਬਣੂਗੀ ਜੇ ਕੌਮੀ ਕਮਿਸ਼ਨ ਇਸ ਕੇਸ ਨੂੰ ਟੇਕ ਅਪ ਕਰਦਾ। ਜਦੋਂ ਤੁਹਾਡੀ ਪਾਰਟੀ ਦੇ ਐਮਐਲਏ ਦਾ ਨਾਮ ਆ ਰਿਹਾ ਤਾਂ ਤੁਸੀਂ ਆਪਣੇ ਐਮਐਲਏ ਤੋਂ ਅਸੀਂ ਐਮਐਲਏ ਦਾ ਉਦੋਂ ਲਵਾਂਗੇ ਅਸਤੀਫਾ ਜਦੋਂ ਉਹ ਗਲਤੀ ਸਾਬਤ ਹੋਊਗਾ। ਇਹ ਕਹਿੰਦੇ ਕਿ ਉਦੋਂ ਪ੍ਰੋਸੈਸ ਠੀਕ ਨਹੀਂ ਹੋਇਆ, ਦਬਾਅ ਸੀ, ਮੁਕਰਾਤੇ, ਸਾਰਾ ਕੁਝ ਕਰਤੇ। ਹੁਣ ਤਾਂ ਸੈਂਟਰ 'ਚ ਗਵਰਨਮੈਂਟ ਵੀ, ਉਹ ਹੋਮ ਮਿਨਿਸਟਰੀ ਵੀ ਉਹ ਹੈ, CBI ਵੀ ਤੁਹਾਡੇ ਕੋਲ ਹੈ। ਹੁਣ ਜੋ ਮਰਜ਼ੀ ਉਹਦੇ 'ਚ ਕਰਾਂਗੇ ਤੁਸੀਂ, ਤੁਹਾਡੀ ਪਾਰਟੀ ਹੈ, ਤੁਹਾਡੀ ਸਰਕਾਰ ਕੁਝ ਨਹੀਂ ਕਰੇਗੀ। ਅਸੀਂ ਉਹਦੇ 'ਚ ਕੋਈ ਹਰਡਲ ਨਹੀਂ ਬਣਾਂਗੇ, ਕੋਈ ਰੁਕਾਵਟ ਨਹੀਂ ਬਣਾਂਗੇ। ਔਰ ਜਿੰਨਾ ਇੱਕ ਸਟੇਟ ਗਵਰਨਮੈਂਟ ਸਹਿਯੋਗ ਦੇ ਸਕਦੀ ਹੈ ਉਹ ਕੇਸ 'ਚ ਉਹ ਦੇਊਗੀ। ਟੀਨੂ ਸਾਹਿਬ, ਜਦ ਤੱਕ ਗਿਲਟੀ ਨਹੀਂ ਫੀਲ ਹੁੰਦਾ ਤਦ ਤੱਕ ਰੈਜ਼ਿਗਨੇਸ਼ਨ ਨਹੀਂ ਲਿਆ ਜਾਏਗਾ। ਦੇਖੋ, ਮੈਂ ਸੰਧੂ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਾਂ ਰਾਜਨੀਤੀ ਨਾਲ ਦੇਖੀਏ। ਇਹਦੇ ਵਿੱਚ ਪੰਜਾਬ ਦੇ ਲੋਕਾਂ ਦੀ, ਦੇਸ਼ ਦੇ ਲੋਕਾਂ ਦੀ ਕਿੰਨੀ ਕੁ ਸੋਚ ਆ, ਆਪਾਂ ਕਿੰਨਾ ਕੁ ਸਤਿਕਾਰ ਕਰਦੇ ਹਾਂ ਔਰਤਾਂ ਦਾ, ਇਹ ਇਸ ਵੇਲੇ ਸਵਾਲ ਖੜਾ ਹੋਇਆ ਸਾਡੇ ਤੇ। ਆਹ ਚਿੱਠੀ ਆ ਕਾਤੀਆ ਦੀ ਜਿਹੜੀ ਟ੍ਰਿਬਿਊਨ 'ਚ ਛਪੀ ਆ, ਆਹ ਚਿੱਠੀ ਮੈਂ ਕਹਿੰਦਾ ਜੇ ਤੁਸੀਂ ਚਿੱਠੀ ਪੜ੍ਹ ਲਓ, ਚਿੱਠੀ ਸਾਰੇ ਪੰਜਾਬੀਆਂ ਨੂੰ ਝੰਜੋੜਦੀ ਹੈ ਇਹ ਚਿੱਠੀ, ਤੇ ਇਹ ਚਿੱਠੀ ਆਮ ਹੋਣੀ ਚਾਹੀਦੀ, ਇਹਨੂੰ ਛਾਇਆ ਕਰਨਾ ਚਾਹੀਦਾ ਸਾਰੀਆਂ ਅਖਬਾਰਾਂ ਨੂੰ। ਗੱਲ ਕੀ ਕਰਦੇ ਹੋ? ਗੱਲ ਇਹ ਆ, ਇਹਦੇ ਉੱਤੇ ਇਹ 23 ਸਾਲ ਬਾਅਦ ਕੇਸ ਖੁੱਲਾ ਆ। ਕੇਸ ਬਾਬੇ ਰਾਮ ਰਹੀਮ ਦਾ ਵੀ ਇਦਾਂ ਹੀ ਚਿੱਠੀ ਤੇ ਖੁੱਲਿਆ ਸੀ, ਉਹਨੂੰ ਸਜ਼ਾ ਹੋਈ ਆ। ਇਹ ਗੱਲ ਹੁਣੇ ਇਹਨਾਂ ਨੇ ਕਹੀ ਆ ਮੇਰੇ ਨਾਲ ਦੇ ਸਾਥੀ ਨੇ ਕਿ ਬਹੁਤ ਸਾਰੀਆਂ ਲੜਕੀਆਂ ਨਾਲ ਬੇਇਨਸਾਫੀ ਹੁੰਦੀ ਆ, ਉਹਨਾਂ ਦੀ ਇੱਜ਼ਤ ਲੁੱਟੀ ਜਾਂਦੀ ਆ ਦੇਸ਼ ਦੀ, ਲੇਕਿਨ ਕੋਈ ਕਾਰਵਾਈ ਨਹੀਂ ਹੁੰਦੀ। ਇਹ ਵੀ ਸੱਚਾਈ ਹੈ ਇਸ ਦੇਸ਼ ਦੀ, ਜਿੱਦਾਂ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਜਿਹੜੇ ਹਾਈ ਫਾਈ ਕੇਸ ਹੁੰਦੇ, ਜਿਹੜੇ ਮੀਡੀਆ 'ਚ ਕੇਸ ਆ ਜਾਂਦੇ, ਜਿਹੜੇ ਮਸ਼ਹੂਰ ਹੋ ਜਾਂਦੇ, ਉਹਨਾਂ ਕੇਸਾਂ ਵਿੱਚ ਤਾਂ ਅਦਾਲਤਾਂ ਕੋਈ ਨਾ ਕੋਈ ਇਨਸਾਫ ਕਰ ਦਿੰਦੀਆਂ ਜਾਂ ਸਜ਼ਾ ਸੁਣਾਉਂਦੀਆਂ। ਬਾਕੀ ਹਜ਼ਾਰਾਂ ਕੇਸ 10-10 ਸਾਲ 20-20 ਸਾਲ ਲਟਕਦੇ ਰਹਿੰਦੇ। ਇਹ ਕੌਣ ਨਹੀਂ ਜਾਣਦਾ ਇਸ ਸੱਚਾਈ ਨੂੰ? ਸੱਚਾਈ ਨੂੰ ਕੌਣ ਨਹੀਂ ਜਾਣਦਾ ਕਿ ਸਾਲਾਂ ਕੇਸ ਚੱਲਦੇ ਤਾਂ ਉਹ ਵਿਚਾਰੀ ਕਿੱਥੋਂ ਇੱਥੇ ਆਣ ਕੇ ਇਸ ਸਿਸਟਮ ਦੇ ਵਿੱਚ ਆਣ ਕੇ ਗਵਾਹੀ ਦੇ ਦਿੰਦੀ। ਹੁਣ ਵੀ ਜਦ ਤੱਕ CBI ਨੂੰ ਕੇਸ ਨਹੀਂ ਦਿੱਤਾ ਜਾਂਦਾ, ਤੁਸੀਂ ਪੰਜਾਬ ਪੁਲਿਸ ਤੇ ਨਿਰਭਰ ਨਹੀਂ ਕਰ ਸਕਦੇ। ਇਹ ਪੰਜਾਬ ਗਵਰਨਮੈਂਟ ਦੇ ਦੇਵੇ। ਦੇਖੋ, ਇਸ ਵੇਲੇ ਇੱਜ਼ਤ, ਮਾਨ, ਸਨਮਾਨ ਪੰਜਾਬ ਗਵਰਨਮੈਂਟ ਦਾ ਵੀ ਸਵਾਲ ਮਜਬੂਰੀਆਂ ਹੁੰਦੀਆਂ। CBI ਨੂੰ ਕੇਸ ਦਿੱਤਾ ਜਾਵੇ, CBI ਤੋਂ ਤੁਸੀਂ ਆਸ ਕਰ ਸਕਦੇ ਆ ਕਿ ਉਹ ਪ੍ਰੋਟੈਕਸ਼ਨ ਵੀ ਦੇਵੇਗੀ ਪੂਰੀ,
ਔਰ ਉਹਦੇ ਜਿਹੜਾ ਕੇਸ ਨੂੰ ਅੱਗੇ ਵੀ ਲਿਜਾਵੇ। ਜੇ ਕਾਂਗਰਸ ਦੁੱਧ ਧੋਤੀ ਹੈ ਨਾ ਸਰਕਾਰ ਤੇ ਅੱਗੇ ਆਵੇ, ਅੱਗੇ ਆਵੇ, ਉਹਨੂੰ ਕਹਿਣ ਅਸਤੀਫਾ ਦੇ ਦੇ। ਹਾਂ ਇੱਕ ਮਿੰਟ, ਬੂਟਾ ਸਿੰਘ ਜੇ ਇਨਸਾਫ ਹੋ ਗਿਆ, ਆਪਾਂ ਗੱਲ ਤੁਸੀਂ ਵੀ ਕਰ ਰਹੇ ਹੋ, ਬੂਟਾ ਸਿੰਘ ਜੀ ਵੀ ਕਰ ਰਹੇ ਹੋ, ਪਵਨ ਮਾਰਤੀ ਨੂੰ ਵੀ ਕਰ ਰਹੇ ਹੋ, ਸਾਰੀਆਂ ਪਾਰਟੀਆਂ ਸੰਧੂ ਸਾਹਿਬ ਬੜੇ ਸਾਰੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਚੱਲ ਰਹੇ ਸਭ ਬੰਦੇ ਗ੍ਰਿਫਤਾਰ ਹੋਏ, ਆਪਾਂ ਕਿਉਂ ਨਹੀਂ ਫਿਰ ਉਹਨਾਂ ਤੋਂ ਭਜਾਏ ਨਹੀਂ? ਮੌਕਾ ਦਿਓ ਜੀ, ਬੋਲਣ ਦਾ ਮੌਕਾ ਦਿਓ, ਬਥੇਰਾ ਚਿਰ ਤੁਸੀਂ ਕਰ ਲਿਆ ਇਹ। ਸੰਧੂ ਸਾਹਿਬ ਬੜਾ ਕਲੀਅਰ ਕਹਿ ਰਿਹਾ ਵੀ ਉਦੋਂ ਵੀ ਨਹੀਂ ਸੀ ਹਰਡਲ ਬਣੇ, ਹੁਣ ਵੀ ਨਹੀਂ ਹਰਡਲ ਬਣਾਂਗੇ। ਹਾਂ, ਅਸਤੀਫਾ ਕਿਉਂ ਲੈਣ ਜਦ ਤੱਕ ਗਿਲਟੀ ਨਹੀਂ ਫੀਲ ਹੁੰਦਾ। ਦੇਖੋ ਹਰਪ੍ਰੀਤ ਜੀ, ਤੁਸੀਂ ਇਸ ਕੇਸ ਨੂੰ ਸੈਂਸਿਟਿਵ ਹੋ ਕੇ ਦੇਖੋ, ਤੁਸੀਂ ਕਰਪਸ਼ਨ ਦੇ ਕੇਸ ਨਾਲ ਇਹਨੂੰ ਕੰਪੇਅਰ ਨਾ ਕਰੋ, ਤੁਸੀਂ ਹੋਰ ਮਾਰਕੁੱਟ ਦੇ ਕੇਸ ਨਾਲ ਇਹਨੂੰ ਕਲੀਅਰ ਨਾ ਕਰੋ। ਤੁਸੀਂ ਦੇਖੋ ਇਹ ਸੈਂਸਿਟਿਵ ਕੇਸ ਆ, ਤੇ ਗੁਰਕੀਰਤ ਸਿੰਘ ਕੋਟਲੀ ਜਿਹਨੂੰ ਆਪ ਚਾਹੀਦਾ ਬਈ, ਹੁਣ ਤਾਂ ਉਹ ਵੀ ਕਾਫੀ ਮੈਚਿਓਰ ਨੇ, ਵੱਡੇ ਨੇ, ਬਈ ਆਪ ਦਾ ਰੈਜ਼ਿਗਨੇਸ਼ਨ ਦੇ ਦੇਣ ਵੀ ਜਿੰਨਾ ਚਿਰ ਇਨਸਾਫ ਬਾਹਰ ਆਉਂਦਾ, ਉਹਦੇ ਨਾਲ ਮੈਂ ਸਮਝਦਾ ਕਾਂਗਰਸ ਦੀ ਛਵੀ ਹੀ ਵਧੂਗੀ। ਤੇ ਬਾਕੀ ਗੱਲ ਰਹੀ ਅਕਾਲੀ ਦਲ ਦੀ, ਦੇਖੋ ਨੰਨੀ ਛਾਰਗੇ ਪ੍ਰੋਜੈਕਟ ਤਾਂ ਬਹੁਤ ਚੱਲਿਆ ਪੰਜਾਬ ਦੀ ਲੈਂਡ ਦੇ ਉੱਤੇ, ਪੰਜਾਬ ਦਾ ਖਜ਼ਾਨਾ ਵੀ ਵਰਤਿਆ ਗਿਆ, ਪਰ ਜਦੋਂ ਇਹ ਕਾਤੀਆ ਦਾ ਜਾਂ ਕੇਸ ਸੀਗਾ, ਇਸ ਬਾਰੇ ਇਹਨਾਂ ਦੀ ਜਿਹੜੀ ਚੁੱਪ ਆ ਇਹ ਬਹੁਤ ਸਵਾਲ ਖੜੇ ਕਰਦੀ ਆ। ਹਾਂਜੀ ਦੇਖੋ ਗੱਲ ਇਹ ਆ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਆਮ ਆਦਮੀ ਪਾਰਟੀ ਨੂੰ ਤਾਂ ਬਾਦਲਾਂ ਤੋਂ ਇਲਾਵਾ ਅਕਾਲੀ ਦਲ ਦੇ ਕੀਤੇ ਕੰਮਾਂ ਤੋਂ ਇਲਾਵਾ ਉਹ ਤੋਂ ਖੁੰਦਕ ਆ। ਹੋਮ ਮਿਨਿਸਟਰੀ ਤੁਹਾਡੀ ਹੋਵੇ, ਤੁਸੀਂ ਸਰਕਾਰੀ ਵਕੀਲਾਂ ਨੂੰ ਤੁਸੀਂ ਅਪੀਲ ਨਾ ਕਰ ਦਿਓ, ਤੁਹਾਡੇ ਪ੍ਰੈਸ਼ਰਾਈਜ਼ ਕਰੋ 99 ਦੇ ਵਿੱਚ ਸੂਬੇਦਾਰਾਂ ਨੇ ਜੋ ਪੰਜਾਬ ਕੰਟਰੋਲਾਂ 'ਚ ਹੋਣ, ਤੁਸੀਂ ਉਹ ਛੱਡੋ। ਦਿੱਲੀ ਦੇ ਸੂਬੇਦਾਰਾਂ ਨੇ ਇੱਥੇ ਜੋ ਲੜਕੀਆਂ ਨਾਲ ਕੀਤਾ, ਇੱਥੇ ਜੋ ਐਕਸਪਲੋਇਟ ਕੀਤਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ, ਉਹ ਵੀ ਯਾਦ ਰੱਖੋ। ਹੋਮ ਮਿਨਿਸਟਰੀ ਤੁਹਾਡੀ ਸੀ, ਤੁਸੀਂ ਹੁਣ ਗੱਲਾਂ ਕਰਦੇ ਆ, ਬਾਦਲ ਤੋਂ ਪਹਿਲਾਂ ਤੁਸੀਂ ਉੱਤਰਦੇ ਨਹੀਂ। ਰਲਿਆ ਮਿਲਿਆ ਨੇ ਉਹ ਮਾਸੂਮ ਨੂੰ ਮੈਂ ਮਹਿਸੂਸ ਕਰਦਾ, ਤੁਸੀਂ ਤੁਹਾਡੇ ਦਿੱਲੀ ਦੇ ਸੂਬੇਦਾਰਾਂ ਨੇ ਮਾਸੂਮਾਂ ਨਾਲ ਬੜਾ ਇੱਥੇ ਬੇਇਨਸਾਫੀ ਕੀਤੀ ਹੈ, ਉਹ ਵੀ ਯਾਦ ਰੱਖੋ, ਜਿਹੜੇ ਦਿੱਲੀ ਤੋਂ ਤੁਸੀਂ ਲੈ ਕੇ ਆਏ। ਇਸ ਤਰੀਕੇ ਮੈਂ ਇਸ ਕੇਸ ਤੇ ਹੀ ਰਹਿਣਾ ਚਾਹੁੰਦਾ। ਧਾਰਨੀ ਸਾਹਿਬ ਕੁਝ ਕਹਿ ਰਹੇ ਨੇ, ਫਿਰ ਮੈਂ ਸੰਧੂ ਸਾਹਿਬ ਕੋਲ ਆਉਣਾ। ਦੇਖੋ ਆਪਾਂ ਬਹਿਸ ਦਾ ਤਾਂ ਬਹੁਤ ਬੜਾ ਮੁੱਦਾ ਬਣਾ ਲਿਆ। ਸੰਧੂ ਸਾਹਿਬ ਆਪਣੇ ਆਪ ਕਾਂਗਰਸ ਨੂੰ ਪ੍ਰੋਟੈਕਟ ਕਰ ਰਹੇ ਆ, ਤੇ ਹਾਂ ਸਾਰੀਆਂ ਪਾਰਟੀਆਂ ਇਹ ਕਹਿੰਦੀਆਂ ਕਿ ਉਹਨੂੰ ਜਿਹੜਾ ਹੈ ਹੋਣਾ ਚਾਹੀਦਾ। ਹੁਣ ਸਵਾਲ ਹੈ ਲੀਗਲ ਦੀ ਗੱਲ। ਹਾਂ, ਮੈਂ ਲੀਗਲੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਿੱਥੋਂ ਤੱਕ ਲੀਗਲ ਮੈਟਰ ਦੀ ਗੱਲ ਹੈਗੀ ਆ, ਦੇਖੋ ਇਹ ਜਿਹੜਾ ਮੈਟਰ ਹੈ ਨਾ ਹੁਣ, ਇਹ ਨਵੇਂ ਸਿਰੇ ਤੋਂ ਖੁੱਲਿਆ। ਜੇ ਤਾਂ ਇਸ ਨਵੇਂ ਸਿਰੇ ਤੋਂ ਖੁੱਲੇ ਮੈਟਰ ਦੇ ਵਿੱਚ ਜਿਹੜਾ ਵੂਮਨ ਕਮਿਸ਼ਨ ਹੈਗਾ, ਉਹ ਹਾਈ ਕੋਰਟ ਨੂੰ ਰਿਕੁਐਸਟ ਕਰਦਾ ਜਾਂ ਸੁਪਰੀਮ ਕੋਰਟ ਨੂੰ ਰਿਕੁਐਸਟ ਕਰਦਾ, ਉਹ ਸੂਓ ਮੋਟੋ ਇਹਨੂੰ ਦੁਬਾਰਾ ਖੋਲਣ ਦੀ ਗੱਲ ਕਰਦੇ ਆ, ਤਾਂ ਇਹ ਖੁੱਲਣ ਦੀ ਗੱਲ ਹੋ ਸਕਦੀ ਹੈ। ਅਦਰਵਾਈਜ਼ ਦੇਖੋ ਕੋਈ ਇਸ ਤਰ੍ਹਾਂ ਦਾ ਲਾ ਦੇ ਵਿੱਚ ਪ੍ਰਾਵਧਾਨ ਨਹੀਂ ਹੈਗਾ ਕਿ ਤੁਸੀਂ ਇੱਕ ਕੇਸ ਦੇ ਵਿੱਚ ਬੰਦਾ ਬਰੀ ਹੋ ਚੁੱਕਿਆ ਹੋਵੇ, ਬਰੀ ਹੋਣ ਤੋਂ 23 ਸਾਲ ਲੰਘ ਚੁੱਕੇ ਹੋਣ, ਔਰ ਸਜ਼ਾ ਦਾ ਪੀਰੀਅਡ ਕਿੰਨਾ 10 ਸਾਲ, 7 ਤੋਂ 10 ਸਾਲ, ਔਰ ਡਬਲ ਤੋਂ ਵੀ ਵੱਧ ਟਾਈਮ ਨਿਕਲ ਚੁੱਕੇ ਆ। ਔਰ ਲਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਕਿ ਲਾ ਆਪਣੇ ਆਪ ਪੁਲਿਸ ਜਾਂ ਕੋਈ ਸਟੇਟ ਹੈ ਜਿਹੜੀ ਉਹ ਇਸ ਨੂੰ ਦੁਬਾਰਾ ਖੋਲ ਦੇਵੇ ਕੇਸ, ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਨਹੀਂ ਹੈ। ਹਾਂ, ਵੂਮਨ ਕਮਿਸ਼ਨ ਹੈ ਜਿਹੜਾ ਸੁਪਰੀਮ ਕੋਰਟ ਨੂੰ ਲਿਖਦਾ ਜਾਂ ਹਾਈ ਕੋਰਟ ਨੂੰ ਲਿਖਦਾ, ਉਹ ਆਪਣੇ ਆਪ ਸੂਓ ਮੋਟੋ ਲੈ ਕੇ ਉਸ ਨੂੰ ਨਵੇਂ ਸਿਰੇ ਤੋਂ ਚਾਲੂ ਕਰਦੇ ਆ ਤਾਂ ਹੋ ਸਕਦਾ। ਬੂਟਾ ਸਿੰਘ ਇਸ ਤੋਂ ਪਹਿਲਾਂ ਕਿ ਹਾਈ ਕੋਰਟ ਸੂਓ ਮੋਟੋ ਲਵੇ ਜਾਂ ਸੁਪਰੀਮ ਕੋਰਟ ਸੂਓ ਮੋਟੋ ਲਵੇ, ਮੈਂ ਸਰ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਵਾਈ ਨਾਟ ਸਰਕਾਰ ਆਪਦੇ ਆਪ ਹੀ ਕਿਉਂ ਨਹੀਂ ਹਾਈ ਕੋਰਟ ਨੂੰ ਅਪਰੋਚ ਕਰਦੀ? ਸਰਕਾਰ ਜੁਡੀਸ਼ੀਅਲੀ ਦੇ ਉੱਪਰ ਨਹੀਂ ਨਾ ਹੈਗੀ, ਸੈਸ਼ਨ ਕੋਰਟ ਦੇ ਵਿੱਚ ਨਾ ਸਰਕਾਰ ਦੀ ਹਾਈ ਕੋਰਟ ਨੂੰ ਅਪਰੋਚ ਕਰ ਸਕਦੀ ਹੈ। ਫਿਰ ਤਾਂ ਇਸ ਤਰ੍ਹਾਂ ਜੇ ਸਰਕਾਰ ਦੇ ਪੱਲੇ ਸਾਰਾ ਕੁਝ ਹੋਵੇ, ਜੁਡੀਸ਼ੀਅਲੀ ਜਦ ਮਰਜ਼ੀ ਦਬਾ ਦੇਵੇ। ਫॉर ਰੀਓਪਨਿੰਗ ਦਾ ਕੇਸ ਨਹੀਂ, ਇਸ ਤਰ੍ਹਾਂ ਰੀਓਪਨ ਕਰਨ ਦਾ ਕੋਈ ਹੈ ਹੀ ਨਹੀਂ ਕਿਸੇ ਕਿਸਮ ਦਾ। ਨਾ ਕੰਡੋਨੇਸ਼ਨ ਦੀ ਲਾ ਕੇ ਤੁਸੀਂ ਸੈਕਸ਼ਨ 5 ਲਿਮਿਟੇਸ਼ਨ ਥੱਲੇ ਸੈਸ਼ਨ ਚਲਾ ਸਕਦੇ ਹੋ, ਜੇ ਸੈਸ਼ਨ ਰਿਜੈਕਟ ਕਰਦਾ ਤੁਸੀਂ ਹਾਈ ਕੋਰਟ ਅਪਰੋਚ ਕਰ ਸਕਦੇ ਹੋ। ਸਰਕਾਰ ਦਾ ਕੋਈ ਡਾਇਰੈਕਟ ਉੱਥੇ ਲੈ ਸਕਦੇ ਹੈ। ਕਾਨੂੰਨੀ ਪਹਿਲੂ ਆ ਨਾ, ਜਿਹੜਾ ਕਾਨੂੰਨੀ ਪਹਿਲੂ ਦੀ ਗੱਲ ਕਰਦੇ ਆ, ਉਹਨੂੰ ਸਜ਼ਾ ਦੇਣੀ ਹੈ ਦੋਸ਼ੀ ਨੂੰ ਜਾਂ ਉਹਨੂੰ ਇਨਸਾਫ ਦਿਵਾਉਣਾ ਹੈ, ਤਾਂ ਜੋ ਇਹਨਾਂ ਨੇ ਪ੍ਰੋਸੈਸ ਦੱਸਿਆ ਉਹੀ ਹੋ ਸਕਦਾ। ਇਹ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਹੈ ਹੀ ਨਹੀਂ ਕਿ ਤੁਸੀਂ ਇੱਥੇ ਇੱਕ ਆਪਾਂ ਡਿਸਕਸ਼ਨ ਕਰਕੇ ਤੇ ਉਹਦੇ ਨਾਲ ਉਹਨੂੰ ਕੇਸ ਨੂੰ ਖੁਲਾ ਦਾਂਗੇ। ਕੇਸ ਨਹੀਂ ਇਸ ਤਰ੍ਹਾਂ ਖੁੱਲਿਆ ਕਰਦੇ ਆ, ਉਹਦੇ ਵਾਸਤੇ ਬਕਾਇਦਾ ਪ੍ਰੋਸੀਜਰ ਹੈ, ਪ੍ਰੋਸੀਜਰ ਦੇ ਨਾਲ ਉਹਦਾ ਜਿਹੜਾ ਹੈਗਾ ਸਾਰਾ ਕੰਮ ਚੱਲਣਾ ਹੈ। ਬਟ ਉਸ ਪ੍ਰੋਸੀਜਰ ਦੇ ਉੱਪਰ ਵੀ ਸੁਪਰੀਮ ਕੋਰਟ ਬੈਠੀ ਹੈ, ਹਾਈ ਕੋਰਟ ਬੈਠੀ ਹੈ, ਐਟ ਐਨੀ ਸਟੇਜ ਉਹ ਕੁਝ ਵੀ ਕਰ ਸਕਦੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਉਹ ਮਨੂ ਸ਼ਰਮਾ ਵਾਲਾ ਕੇਸ ਦੱਸ ਚੁੱਕੇ, ਉਹ ਬਾਅਦ ਦੇ ਵਿੱਚ ਖੋਲਿਆ, ਔਰ ਈਵਨ ਉਹਦੇ ਵਿੱਚ ਜਿੰਨੇ ਗਵਾਹ ਮੁੱਕ ਰਹੇ ਸੀ ਉਹਨਾਂ ਨੂੰ ਵੀ ਸਜ਼ਾ ਕਰੀ ਗਈ। ਉਸ ਤੋਂ ਇਲਾਵਾ ਵੀ ਇੱਕ ਕੇਸ ਹੋਇਆ ਸੀ
ਡੀਜੀਪੀ ਰਠੌਰ ਵਾਲਾ ਕੇਸ, ਉਸ ਦੇ ਵਿੱਚ ਤੁਸੀਂ ਦੇਖਿਆ ਹੋਣਾ। ਸੋ ਇਹ ਸੂਓ ਮੋਟੋ ਜਿਹੜੇ ਲੈਣੇ ਪੈਣਗੇ, ਜਾਂ ਇਹ ਸੁਪਰੀਮ ਕੋਰਟ ਇਸ ਤੇ ਆਰਡਰ ਕਰੇ ਜਾਂ ਹਾਈ ਕੋਰਟ ਆਰਡਰ ਕਰੇ, ਅਦਰਵਾਈਜ਼ ਸਾਡੀ ਡਿਸਕਸ਼ਨ ਦੇ ਵਿੱਚੋਂ ਤਾਂ ਕੁਝ ਨਹੀਂ ਨਿਕਲਣਾ ਹੈਗਾ। ਅਸੀਂ ਤਾਂ ਇਹ ਹੈ ਕਿ ਸੰਧੂ ਸਾਹਿਬ ਅਕਾਲੀ ਦਲ ਨੂੰ ਕਹਿਣਗੇ ਤੇ ਇਹ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਨੂੰ ਕਹਿਣਗੇ, ਦੋਹਾਂ ਨੂੰ ਮਿਲੇ ਵੇ ਕਹਿਣਗੇ। ਚਲੋ ਇੱਕ ਗੱਲ ਸੰਧੂ ਸਾਹਿਬ, ਜਦੋਂ ਇਹ ਮਾਮਲਾ ਹੁਣ ਹਾਈਲਾਈਟ ਹੋ ਗਿਆ, ਹੁਣ ਇਸ ਮਾਮਲੇ ਦੇ ਵਿੱਚ ਵਾਰ-ਵਾਰ ਇਹ ਗੱਲਾਂ ਆ ਰਹੀਆਂ ਨੇ ਕਿ ਸ਼ਾਇਦ ਕਾਂਗਰਸ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ, ਗੁਰਕੀਰਤ ਕੋਟਲੀ ਹੋਰਾਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ। ਅਜਿਹੇ ਦੇ ਵਿੱਚ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ? ਕਦੇ ਡਿਸਕਸ ਤਾਂ ਹੋਇਆ ਹੋਣਾ ਇਹ ਮਾਮਲਾ? ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਬੰਦਾ ਇਸ ਗੱਲ ਲਈ ਜ਼ਿੰਮੇਵਾਰ ਹੈ, ਕੱਲ ਨੂੰ ਕੋਈ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਹ ਫੇਸ ਕਰੇ। ਇਹ ਪਾਰਟੀ ਦਾ ਇਹ ਤੋਂ ਕਿੱਥੋਂ ਆ ਗਿਆ? ਕਾਂਗਰਸ ਪਾਰਟੀ ਪਰ ਜਿਸ ਸ਼ਖਸ ਦਾ ਨਾਮ ਤੁਹਾਡੀ ਪਾਰਟੀ ਨਾਲ ਜੁੜਿਆ, ਤੁਹਾਡੀ ਪਾਰਟੀ ਦਾ ਐਮਐਲਏ ਹੈ, ਉਹਦਾ ਨਾਮ ਵਿਚਾਰ ਹੈ, ਤੁਸੀਂ ਕਹ ਰਹੇ ਹੋ ਪਾਰਟੀ ਦਾ ਕੀ ਲੈਣਾ ਦੇਣਾ? ਅਸੀਂ ਤਾਂ ਕਹਿੰਦੇ ਵੀ ਓਪਨ ਹੋਵੇ ਹੋ ਜੇ, ਅਸੀਂ ਕੋਈ ਹਰਡਲ ਨਹੀਂ ਬਣਾਂਗੇ। ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ। ਅੱਛਾ, ਬੂਟਾ ਸਿੰਘ ਦੀ ਗੱਲ ਤੇ ਨਹੀਂ ਆਉਂਗੇ ਕਿ ਅਸਤੀਫਾ ਨਹੀਂ ਲਾਉਂਗੇ ਉਹਨਾਂ ਦਾ? ਮੈਂ ਕਿਹਾ ਜਦੋਂ ਜੇ ਉਹ ਗਿਲਟੀ ਹੋ ਜਾਊਗਾ ਆਪ ਹੀ ਬੰਦਾ ਦੇ ਦੂਗਾ ਅਸਤੀਫਾ। ਦੇਖੋ ਸੰਧੂ ਸਾਹਿਬ, ਇੱਕ ਪਾਸੇ ਤਾਂ ਆਪਾਂ ਕੇਸ ਨੂੰ ਰੀਓਪਨ ਕਰਨ ਦੀ ਗੱਲ ਕਰ ਰਹੇ ਹਾਂ। ਦੇਖੋ ਸੰਧੂ ਸਾਹਿਬ, ਮੋਰਲ ਗਰਾਊਂਡ ਤੇ ਪਹਿਲਾਂ ਤਾਂ ਇਹ ਇੱਥੇ ਹੀ ਗਲਤ ਹੈਗਾ ਕਿ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਹੋਏ ਬੰਦਿਆਂ ਨੂੰ ਜਦੋਂ ਇਸ ਤਰ੍ਹਾਂ ਦੀ ਗੱਲ ਆ ਜਾਵੇ ਉਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਕੀ ਲੋਕਾਂ ਦੇ ਵਿੱਚ ਤੁਸੀਂ ਮੈਸੇਜ ਲਿਜਾਣਾ ਚਾਹੁੰਦੇ ਆ, ਕੀ ਫੈਲਾਉਣਾ ਚਾਹੁੰਦੇ ਆ ਕਿ ਉਹ ਲੋਕ ਅੱਜ ਕੁਰਸੀਆਂ ਤੇ ਬੈਠੇ ਆ ਜਿਨ੍ਹਾਂ ਦੀ ਇਮੇਜ ਤੇ ਐਡੇ ਐਡੇ ਵੱਡੇ ਧੱਬੇ ਲੱਗੇ ਹੋਏ ਆ? ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੰਧੂ ਸਾਹਿਬ ਇਸ ਤਰ੍ਹਾਂ ਪ੍ਰੋਟੈਕਟ ਕਰ ਰਹੇ ਆ। ਮੈਂ ਥੋੜਾ ਜਿਹਾ ਇਸੇ ਉਹਦੇ ਤੇ ਦੱਸਦਾ, ਸੰਧੂ ਸਾਹਿਬ ਉਹ ਨੇਤਾ ਹੈ ਜਿਹੜੇ ਸਾਡੇ ਰੋਲ ਮਾਡਲ ਹੁੰਦੇ ਸੀ, ਔਰ ਅੱਜ ਪਾਰਟੀ ਲਈ ਇਹ ਜਿਹੜਾ ਹੈਗਾ ਕਿਸ ਤਰ੍ਹਾਂ ਬੋਲ ਰਹੇ ਨਹੀਂ। ਜੇ ਇਹਨੂੰ ਦੂਜੇ ਪਾਸੋਂ ਲੈ ਲਈਏ, ਉਹ ਸਕੂਲ ਦਾ ਸਟੂਡੈਂਟ ਸੀ ਉਦੋਂ, ਤੇ ਸਕੂਲ ਦਾ ਸਟੂਡੈਂਟ ਨਹੀਂ ਸੀ ਜੀ, ਉਹਨੂੰ 2 ਵਾਰ ਲੋਕਾਂ ਨੇ ਸਕੂਲ ਦਾ ਸਟੂਡੈਂਟ ਨਹੀਂ ਸੀ, ਉੱਥੇ ਵੋਟਾਂ ਮੈਂ ਤਾਂ ਨਹੀਂ ਪਾਈਆਂ। ਸਕੂਲ ਦਾ ਸਟੂਡੈਂਟ ਨਹੀਂ ਸੀ, ਉਹਦੇ ਨਾਲ ਗਨਮੈਨ ਵੀ ਸੀ। ਨਹੀਂ, ਉਹੀ ਮੈਂ ਕਹਿੰਦਾ ਨਾ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੁੰਦੀਆਂ, ਪਰ ਕਿਉਂਕਿ ਮੁੱਖ ਮੰਤਰੀ ਜੀ ਦਾ ਪੋਤਾ ਵੀ ਸੀ, ਉਹਦਾ ਪੋਤਾ ਕਰਕੇ ਹਾਈ ਪ੍ਰੋਫਾਈਲ। ਮਤਲਬ ਤੁਸੀਂ ਮੰਨ ਗਏ ਹੋ ਕਿ ਇਹ ਗਲਤੀ ਸੀਗੀ? ਹਾਂ, ਮੈਂ ਤਾਂ ਸਟਾਰਟਿੰਗ ਚ ਕਿਹਾ ਵੀ ਇਹ ਮੰਦਭਾਗੀ ਘਟਨਾ ਸੀ, ਗਲਤੀ ਸੀਗੀ। ਔਰ ਗਲਤੀ ਕਿਹਦੀ ਸੀ? ਗੁਰਕੀਰਤ ਦੀ ਗਲਤੀ ਸੀ। ਹਾਂ, ਜਦੋਂ ਤੁਸੀਂ ਇਹ ਮੰਨਦੇ ਹੋ ਕਿ ਗੁਰਕੀਰਤ ਦੀ ਗਲਤੀ ਸੀ, ਫਿਰ ਤੁਸੀਂ ਇਹ ਕਿਉਂ ਨਹੀਂ ਮੰਨਦੇ ਕਿ ਉਹ ਗਿਲਟੀ ਹੋਏਗਾ ਤਾਂ ਹੀ ਅਸੀਂ ਉਹਨੂੰ ਹਟਾਵਾਂਗੇ? ਉਹਦੇ ਦਾਦੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੀ ਇਹਦੇ ਤੇ ਦੁੱਖ ਪ੍ਰਗਟ ਕੀਤਾ। ਚਲੋ, ਸਾਰੀ ਅਸੈਂਬਲੀ ਨੇ ਕੀਤਾ। ਚਲੋ, ਇਹ ਮੰਨ ਕੇ ਚੱਲੀਏ ਕਿ ਗੁਰਕੀਰਤ ਹੋਣਾ ਦੀ ਗਲਤੀ ਸੀ ਇਸ ਪੂਰੇ ਮਾਮਲੇ ਦੇ ਵਿੱਚ। ਚਲੋ, ਹੁਣ ਇਹ ਮਾਮਲਾ ਜਦੋਂ ਖੁੱਲੇਗਾ ਤਾਂ ਆਏਗਾ। ਹਾਂਜੀ, ਹੁਣ ਦੱਸੋ ਜੀ ਬੂਟਾ ਸਿੰਘ, ਤੁਸੀਂ ਕੀ ਕਹਿਣਾ ਚਾਹੋ? ਹੁਣ ਤਾਂ ਉਹਨਾਂ ਨੇ ਮੰਨ ਵੀ ਲਿਆ ਕਿ ਗਲਤੀ ਸੀ। ਧਾਰਨੀ ਸਾਹਿਬ ਨੇ ਬੜੀ ਗੱਲ ਵਧੀਆ ਕਹੀ ਆ ਵੀ ਇਹਨਾਂ ਨੂੰ ਤਾਂ ਟਿਕਟਾਂ ਹੀ ਨਹੀਂ ਸੀ ਦੇਣੀਆਂ ਚਾਹੀਦੀਆਂ, ਪਰ ਮੈਂ ਇੱਥੇ ਗੱਲ ਕਲੀਅਰ ਕਰਾਂ, ਉਹ ਪੋਤਾ ਸੀ ਸਰਦਾਰ ਬੇਅੰਤ ਸਿੰਘ ਦਾ, ਤੇ ਪਰਿਵਾਰਵਾਦ ਇਹਨਾਂ ਪਾਰਟੀਆਂ ਦੇ ਵਿੱਚ ਹਾਵੀ ਆ। ਇਹ ਉਹਨਾਂ ਨੂੰ ਟਿਕਟ ਦੇਣੀ ਇਹਨਾਂ ਦੀ ਮਜਬੂਰੀ ਆ, ਤੇ ਉਹ ਲੈਂਦੇ ਆ, ਜ਼ਬਰਦਸਤੀ ਲੈਂਦੇ ਆ। ਤੇ ਅੱਜ ਚਾਹੀਦਾ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਆ, ਮੀਡੀਆ ਬਹੁਤ ਜਾਗਰੂਕ ਹੋਇਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੈਪਟਨ ਅਮਰਿੰਦਰ ਸਾਹਿਬ ਗੁਰਦਾਸਪੁਰ ਦੀ ਸੀਟ ਨੂੰ ਲੈ ਕੇ ਦੇਖ ਲਓ ਕੀ ਹੋ ਰਿਹਾ, ਉੱਥੇ ਵੀ ਤਾਂ ਪਰਿਵਾਰਵਾਦ ਕਰਕੇ ਇਹ ਸਾਰਾ ਕੁਝ ਚੱਲ ਰਿਹਾ। ਕਦੇ ਕਿਸੇ ਨੇ ਕਿਹਾ ਕਾਂਗਰਸ ਨੇ ਕਿ ਚੰਗੇ ਬੰਦੇ ਨੂੰ ਟਿਕਟ ਦਿੱਤੀ ਜਾਵੇ? ਚਲੋ ਇਹ ਆਪਾਂ ਇਸ ਮੁੱਦੇ ਤੇ ਰਹੀਏ ਸਿਰਫ। ਔਰ ਵੱਡੀ ਗੱਲ ਇਹ ਹੈ ਕਿ ਇਸ ਦੇ ਵਿੱਚ ਇਨਸਾਫ ਹੋਣਾ ਬੜਾ ਜ਼ਰੂਰੀ ਹੈ। ਭਾਵੇਂ 23 ਸਾਲ ਲੱਗ ਗਏ ਨੇ, 23 ਸਾਲਾਂ ਬਾਅਦ ਵੀ ਜੇ ਇਨਸਾਫ ਹੋ ਜਾਂਦਾ ਤਾਂ ਇਹ ਮੰਨ ਕੇ ਚੱਲਾਂਗੇ ਕਿ ਜਿਹੜੀ ਲੜਕੀ ਸੀਗੀ ਉਹਨੂੰ ਇਨਸਾਫ ਮਿਲ ਸਕਿਆ। ਟੀਨੂ ਸਾਹਿਬ, ਹੁਣ ਤੁਹਾਡੀ ਪਾਰਟੀ ਦਾ ਕੀ ਰਹੇਗਾ ਇਸ ਵਿੱਚ ਰਣਨੀਤੀ? ਦੇਖੋ, ਅਸੀਂ ਸਿਆਸਤ ਨੂੰ ਛੱਡ ਕੇ, ਕਿਉਂਕਿ ਵਾਰ-ਵਾਰ ਤੁਸੀਂ ਸਿਆਸਤ ਕਹਿ ਰਹੇ ਹੋ, ਸਿਆਸਤ ਨੂੰ ਛੱਡ ਕੇ ਗੁਰਜੀਤ ਕੌਰ ਬਾਠ, ਮੈਂ ਵਿੱਚ ਦਖਲ ਦੇਣਾ ਥੋੜਾ, ਜੇ ਇਹਨਾਂ ਦੀ ਪਾਰਟੀ ਚਲੋ ਹੋਰ ਨਹੀਂ, ਉਹ ਲੜਕੀ ਲਿਖ ਸਕਦੀ, ਘੱਟੋ ਘੱਟ ਇਹ ਹੀ ਲਿਖ ਸਕਦੇ ਆ ਵੀ ਇਸ ਕੇਸ ਤੇ ਉਹ ਲੜਕੀ ਦੀ ਲੈਟਰ ਆਈ ਹੈ ਤੇ ਹਾਈ ਕੋਰਟ ਨੂੰ ਲਿਖ ਦੇਣ। ਗੁਰਜੀਤ ਕੌਰ ਬਾਠ ਕਾਉਂਸਲਰ ਨੇ ਉੱਥੇ ਦੇ ਅਕਾਲੀ ਦਲ ਦੇ, ਉਹ ਸਾਡੀ ਅਕਾਲੀ ਦਲ ਦੀ ਲੀਡਰਸ਼ਿਪ ਇਕੱਠੇ ਹੋ ਕੇ ਅਸੀਂ ਨੈਸ਼ਨਲ ਵੂਮਨ ਕਮਿਸ਼ਨ ਨੂੰ ਅਪਰੋਚ ਕੀਤਾ ਔਰ ਪਟੀਸ਼ਨ ਦਾਇਰ ਕੀਤੀ ਆ, ਔਰ ਜੋ ਹੁਣ ਵੂਮਨ ਕਮਿਸ਼ਨ ਫੈਸਲਾ ਲਏਗਾ ਉਹਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਭੇਜੇਗਾ। ਇਹ ਹੁਣ ਉਹਨਾਂ ਦੀ ਜੁਰਿਡਿਕਸ਼ਨ ਹੈ, ਲੇਕਿਨ ਅਸੀਂ ਇਹਨੂੰ ਸਟਾਰਟ ਕੀਤਾ, ਔਰ ਸਟਾਰਟ ਇਸ ਕਰਕੇ ਕੀਤਾ ਕਿਉਂਕਿ 23 ਸਾਲ ਬਾਅਦ ਇੱਕ ਵਿਦੇਸ਼ੀ ਕੁੜੀ ਜਿਹੜੀ ਬੜੀ ਮਾਣ ਨਾਲ ਇੱਥੇ ਦਾ ਕਲਚਰ, ਇੱਥੇ ਦੀ
ਸਿਸਟਮ ਨੂੰ ਦੇਖਣ ਆਈ ਸੀ, ਉਹਦੇ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ। ਸੋ ਉਹਨੂੰ ਅੱਜ 23 ਸਾਲ ਬਾਅਦ ਹੀ ਇਨਸਾਫ ਮਿਲ ਜਵੇ। 1999 ਚ ਯਾਦ ਨਹੀਂ ਆਇਆ, ਉਹੀ ਕੁੜੀ ਉਦੋਂ ਸੀ, ਉਹੀ ਘਟਨਾ ਉਦੋਂ ਸੀ। 1999 ਤੱਕ ਕੇਸ ਦਾ ਸਤਿਆਨਾਸ਼ ਕਾਂਗਰਸ ਕਰ ਗਈ। 2000 ਤੱਕ ਜਿੰਨਾ ਯਾਦ ਆਇਆ ਤੁਹਾਨੂੰ ਯਾਦ ਤੁਹਾਡੀ ਕਾਂਗਰਸ ਦੀ ਸਰਕਾਰ 97 ਤੱਕ ਰਹੀ। ਚੱਲ 10 ਸਾਲਾਂ ਪਿਛਲੇ ਚ ਕੱਢ ਲੈਂਦੇ ਜੇ ਇੰਨੇ ਤੁਸੀਂ ਸੈਂਸਿਟਿਵ ਹੈ। ਜੇ 10 ਸਾਲ ਪਹਿਲਾਂ ਕਾਤੀਆ ਚਿੱਠੀ ਲਿਖ ਦਿੰਦੀ ਤਾਂ ਕਰ ਲੈਂਦੇ, ਉਹਦੀ ਚਿੱਠੀ ਹੁਣ ਆਈ ਆ। ਸੰਧੂ ਸਾਹਿਬ ਜੇ ਕੱਢ ਲੈਂਦੇ ਤਾਂ ਅੱਜ ਤੁਸੀਂ ਪਾਵਰ 'ਚ ਕਿਵੇਂ ਆਉਂਦੇ? ਛੇਟੇ ਵਾਲੀ ਕੁੜੀ ਤੁਸੀਂ ਸੱਤਾ 'ਚ ਨਹੀਂ ਸੀ ਆਉਣਾ, ਜੇ ਤੁਸੀਂ ਕਰ ਲੈਂਦੇ। ਤੁਸੀਂ ਛੇਟੇ ਨੂੰ ਨਾ ਜਾਓ, ਮਾਂ ਪਿਓ ਦਾ ਪੈਸੇ ਦੇ ਕੇ ਮੂੰਹ ਬੰਦ ਕਰ ਦਿੱਤਾ ਜਿਹਨੂੰ ਬਸ। ਚਲੋ ਉਹ ਚ ਪਰਚਾ ਦਰਜ ਹੋਇਆ, ਬੰਦੇ ਗ੍ਰਿਫਤਾਰ ਕੀਤੇ। ਇੱਥੇ ਜਿਹੜੀਆਂ ਕੱਲੀ ਕੇਤ ਤੁਸੀਂ ਕਾਤੀਆਂ ਨੂੰ ਵੀ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਾਤੀਆਂ ਨੂੰ ਤਾਂ ਬੁਲਾ ਕੇ ਭਜਾਤਾ। ਦੇਖੋ ਆਪਣੇ ਕਮਾਂਡੋ ਨਾਲ ਆਪਣੇ ਸ਼ਾਨ 6 ਬਲਾਤਕਾਰ ਦੇ ਝੂਠੇ ਕੇਸ ਬਣਾਉਂਦੀ ਹੋਰੀਬਲ। ਚਲੋ ਇਹ ਇਹਨਾਂ ਦੀ ਨਾ ਮੈਂ ਸਮਝਦਾ ਨਿਰਾਸ਼ਾ ਜਿਹੜੀ ਆ, ਇਹ ਕਾਂਗਰਸ ਦੀ ਨਿਰਾਸ਼ਾ, ਇਹ ਨਿਰਾਸ਼ਾ ਦੇ ਮੈਨੂੰ ਬੜਾ ਸ਼ਰਮ ਆਉਂਦੀ ਹੈ ਕਿ ਇਨਸਾਫ ਦੀ ਗੱਲ ਕਰਨ ਦੀ ਬਜਾਏ ਇਹ ਛੇਟੇ ਵੱਲ ਨੂੰ ਜਾ ਰਹੇ ਆ, ਮੋਗੇ ਵੱਲ ਨੂੰ ਜਾ ਰਹੇ ਆ। ਇੱਕ ਪਾਸੇ ਮੰਨਦੇ ਆ ਕਿ ਇਹਨਾਂ ਦੇ ਐਮਐਲਏ ਦੀ ਗਲਤੀ ਹੈ, ਇੱਕ ਪਾਸੇ ਮੰਨਦੇ ਆ ਕਿ ਉਸ ਵੇਲੇ ਦਾ ਮੁੱਖ ਮੰਤਰੀ ਮੰਨਿਆ, ਤੇ ਇੱਕ ਪਾਸੇ ਆ ਬੇਹੂਦਾ ਗੱਲਾਂ ਕਰ ਰਹੇ। ਤੁਸੀਂ ਕਿਉਂ ਨਹੀਂ ਕੀਤਾ? ਅੱਜ ਤੁਸੀਂ 4 ਸਾਲ ਕੇਸ ਦਾ ਪੱਠਾ ਕਿਉਂ ਬਿਠਾਇਆ? ਉਹ ਤੁਸੀਂ 97 ਤੱਕ ਅਦਾਲਤ ਵਿੱਚ ਤੁਸੀਂ ਕੇਸ ਦਾ ਪੱਠਾ ਬਿਠਾਇਆ। ਸੰਧੂ ਵਰਗੇ ਬੰਦਿਆਂ ਨੂੰ ਤੁਸੀਂ ਲਾਤਾ ਉੱਥੇ। ਸੰਧੂ ਸਾਹਿਬ ਜਿਹੜੀ ਤੁਸੀਂ ਸੰਧੂ ਵਰਗੇ ਬੰਦਿਆਂ ਨੂੰ ਐਸਐਸਪੀ ਲਾ ਕੇ ਉਹਦਾ ਬੇੜਾ ਕਰ ਕਰਤਾ। ਤੁਸੀਂ ਕੇਸ ਮਾਰ ਦਿੱਤਾ ਸਾਰਾ। ਤੁਸੀਂ ਪੰਜਾਬ ਦੀ ਜਨਤਾ ਦਾ ਇਹ ਜਿਹੜਾ ਬੇਇਨਸਾਫੀ ਕੀਤੀ ਆ, ਇਹ ਅੱਜ ਸਾਰੇ ਪੰਜਾਬ ਦੀਆਂ ਔਰਤਾਂ ਦੇਖ ਰਹੀਆਂ, ਕੁੜੀਆਂ ਦੇਖ ਰਹੀਆਂ ਕਿ ਤੁਸੀਂ ਉਸ ਕੁੜੀ ਦੇ ਨਾਲ ਬੇਇਨਸਾਫੀ ਕੀਤੀ। ਚਲੋ ਠੀਕ ਹੈ ਆਪਾਂ ਕਾਂਗਰਸ ਦਾ ਨਾਲ ਇਤਿਹਾਸ ਹੈ। ਠੀਕ ਹੈ ਸੰਧੂ ਸਾਹਿਬ, ਐਸਾ ਟਾਈਮ ਸੀ ਜੀ, ਟਾਈਮ ਘੱਟ ਹੈ, ਐਸਾ ਟਾਈਮ ਸੀ ਜੀ ਕਿ ਇੱਕ ਈਡੀਅਮ ਦੀ ਤਰ੍ਹਾਂ ਬਣ ਗਿਆ ਸੀ ਕੇਤੀਆ ਕਾਂਡ, ਔਰ ਉਸ ਨੂੰ ਇੰਨੀ ਬੁਰੀ ਤਰ੍ਹਾਂ ਸਾਡੀਆਂ ਸਰਕਾਰਾਂ ਨੇ, ਕਾਂਗਰਸ ਦੀਆਂ ਨੇ ਦਬਾ ਕੇ ਰੱਖਤਾ ਕਿ ਸ਼ਰਮ ਤੋਂ ਬਿਨਾ ਅਸੀਂ ਕੋਈ ਚੀਜ਼ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਠੀਕ ਹੈ ਸੰਧੂ ਸਾਹਿਬ, ਹੁਣ ਇਸ ਮਾਮਲੇ ਦੇ ਵਿੱਚ ਹਰਪ੍ਰੀਤ ਜੀ ਉਸ ਵੇਲੇ ਦਾ ਤਜਰਬਾ ਉਹ ਵੀ ਦੇਖਿਆ ਨਹੀਂ ਇੱਥੇ ਪੰਜਾਬ 'ਚ ਜੀ। ਮੈਂ ਤੁਹਾਨੂੰ ਬਿਲਕੁਲ ਸੱਚਾਈ ਨਾਲ ਕਹਿਣਾ, ਕਿਸੇ ਬੰਦੇ ਦੀ ਹਿੰਮਤ ਸੀ ਨਹੀਂ ਕਿਸੇ ਕੋਨੇ 'ਚ ਵੀ ਬੈਠ ਕੇ ਉਹ ਬੰਦਾ ਸਰਕਾਰ ਦੇ ਬੰਦੇ ਦੇ ਜਾਂ ਪੁਲਿਸ ਦੇ ਵਿਰੁੱਧ ਜਾਂ ਕਿਸੇ ਦੇ ਵਿਰੁੱਧ ਕੋਈ ਆਵਾਜ਼ ਉਠਾ ਸਕੇ। ਇਹ 1994 ਦੀਆਂ ਉਹ ਗੱਲਾਂ ਹੈ ਜਦੋਂ ਕੋਈ ਬੰਦਾ ਈਵਨ ਪ੍ਰੈਸ ਰੂਮ 'ਚ ਬੈਠ ਕੇ ਮੀਡੀਆ ਵਾਲੇ ਵੀ ਡਰਦੇ ਸੀ ਗੱਲ ਕਰਨ ਤੋਂ। ਮੀਡੀਆ ਵਾਲਿਆਂ ਨਾਲ ਮਨਚੰਦਾ ਨਾਲ ਹੋਇਆ ਨਹੀਂ, ਐਮਰਜੈਂਸੀ ਸੀ ਜੀ, ਕਾਈਂਡ ਆਫ ਆਹੀ ਕੁਝ ਸੀ। ਚਲੋ ਠੀਕ ਹੈ ਜੀ। ਹੁਣ ਬਹੁਤ ਉਮੀਦ ਕਰਦੇ ਹਾਂ ਅਸੀਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਜ਼ਰੂਰ ਹੋਏਗਾ, ਸੱਚ ਜਿਹੜਾ ਉਹ ਸਾਹਮਣੇ ਆਏਗਾ। ਬੂਟਾ ਸਿੰਘ ਜੀ ਆਖਰੀ ਕੁਝ ਹੀ ਸ਼ਬਦਾਂ 'ਚ ਮੈਂ ਕੰਕਲੂਡਿੰਗ ਰਿਮਾਰਕਸ ਦੇਣਾ ਚਾਹੁੰਦਾ ਜੀ। ਜਸਟਿਸ ਦੀ ਗੱਲ ਹੋਈ ਆ ਵੀ ਗਰੀਬਾਂ ਲਈ ਹੋਰ, ਅਮੀਰਾਂ ਲਈ ਹੋਰ, ਨਿਆਂ ਬਣਾਉਣ ਵਾਲਿਆਂ ਨੇ ਸਾਡੀਆਂ ਬੜਾ ਸਾਰਿਆਂ ਲਈ ਇਕੁਅਲ ਆ, ਪਰ ਇੰਪਲੀਮੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਸਰਕਾਰੀ ਦਖਲਅੰਦਾਜ਼ੀ ਹੋ ਜਾਂਦੀ ਆ ਜਾਂ ਸਾਡੀਆਂ ਐਨਜੀਓ, ਤਾਂ ਸਾਰਾ ਮਸਲਾ ਗੜਬੜਾ ਜਾਂਦਾ। ਹਾਂ ਬਿਲਕੁਲ। ਔਰ ਜੇ ਮੈਂ ਪਹਿਲਾਂ ਸ਼ੁਰੂਆਤ ਕੀਤੀ ਸੀ ਕਿ ਨਿਆਂ ਪ੍ਰਣਾਲੀ ਹੈ ਜਿਹੜੀ ਉਹ ਤਾਂ ਬਿਲਕੁਲ ਸਹੀ ਤਰੀਕੇ ਨਾਲ ਕਰਦੀ ਹੈ, ਪਰ ਜਦੋਂ ਦੋ ਕਾਨੂੰਨ ਅਲੱਗ-ਅਲੱਗ ਚੱਲਦੇ ਨੇ ਫਿਰ ਮੁਸ਼ਕਲ ਜ਼ਰੂਰ ਖੜੀ ਹੋ ਜਾਂਦੀ ਹੈ। ਉਮੀਦ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਹੋਏਗਾ ਔਰ ਛੇਤੀ ਹੀ ਇਸ ਦੀ ਜਿਹੜੀ ਪੂਰੀ ਸੱਚੀ ਕਹਾਣੀ ਹੈ ਉਹ ਬਾਹਰ ਆਏਗੀ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।